ਇਹਦੇ 'ਚ ਇਹ ਹੈ ਜੀ ਕਿ ਜਿਹੜੇ ਸਾਡੇ ਸੀਨੀਅਰ ਲੀਡਰ ਨੇ ਜੀ, ਉਹਨਾਂ ਕੋਲੋਂ ਅਸੀਂ ਐਕਸਪੀਰੀਅੰਸ ਜ਼ਰੂਰ ਲੈ ਸਕਦੇ ਆ, ਪਰ ਉਹਨਾਂ ਨੂੰ ਐਕਟਿਵ ਰੱਖਣਾ ਇੰਨਾ ਸਹੀ ਨਹੀਂਗਾ। ਓਕੇ, ਕਾਰਨ ਮੈਂ ਦੱਸਾਂ, ਉਹਦਾ ਕਾਰਨ ਮੈਂ ਦੱਸਾਂਗਾ ਕਿਉਂ। ਹਾਂ ਹਾਂ, ਤੁਸੀਂ ਐਕਚੁਅਲੀ ਪਾਰਲੀਮੈਂਟ 'ਚ ਵੀ ਵੇਖਿਆ ਕਿ ਕਈ ਬੰਦਿਆਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤੇ ਉਹ ਪਤਾ ਨਹੀਂ ਕੀ ਕੁਝ ਬੋਲ ਜਾਂਦੇ ਜਿਹੜੇ ਕਿ ਉਹਨਾਂ ਨੂੰ ਫਾਜ ਬੋਲਣੇ ਨਹੀਂ ਚਾਹਤੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬੰਦਾ ਇਹਦੇ ਉਮਰ ਦਾ ਤਕਾਜ਼ਾ ਹੈ, ਤੇ ਜਦੋਂ ਬੰਦਾ ਸੀਨੀਅਰ ਹੋ ਜਾਂਦਾ ਨਾ ਤਾਂ ਉਹਨੂੰ ਮੇਰੇ ਖਿਆਲ ਐਜ਼ ਐਕਸਪੀਰੀਅੰਸ ਹੈ, ਐਜ਼ ਐਕਸਪੀਰੀਅੰਸ ਲੈਣਾ ਬਹੁਤ ਵਧੀਆ ਹੈ, ਪਰ ਨਾਟ ਐਜ਼ ਐਕਟਿਵ। ਕਿਹੜਾ ਬੰਦਾ ਪੋਲੀਟਿਕਸ ਚਾਹੁੰਦਾ ਜਿੱਦਾਂ ਇਲੈਕਸ਼ਨ ਲੜਦਾ, ਮੇਰੇ ਹਿਸਾਬ ਨਾਲ ਉਸ ਲਈ ਉਹਦਾ ਜਿੱਦਾਂ ਇੱਥੇ ਮੈਡੀਕਲ ਹੁੰਦਾ ਨਾ, ਮੈਡੀਕਲ ਕੰਪਲੀਟ ਹੋਣਾ ਚਾਹੀਦਾ, ਕਿਉਂਕਿ ਕਈ ਲੀਡਰਾਂ ਦੀ ਮੈਮਰੀ ਚਲੀ ਜਾਂਦੀ ਹੈ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕਿ ਬੰਦੇ ਨੇ ਇਹ ਗੱਲ ਕੀਤੀ ਤੇ ਮੈਂ ਇਹ ਗੱਲ ਕਰਨੀ ਹੈ, ਕੋਈ ਜਵਾਬ ਦੇਣਾ ਉਹ ਭੁੱਲ ਜਾਂਦੇ ਨੇ। ਮਲਹੋਤਰਾ ਜੀ, ਜੇ ਮੈਡੀਕਲ ਹੋਣ ਲੱਗ ਪਿਆ ਤੇ ਬਹੁਤ ਸਾਰੇ ਲੀਡਰ ਤੇ ਫਿਰ ਅਨਫਿਟ ਸਾਬਤ ਹੋ ਜਾਣਗੇ। ਜਦੋਂ ਉਮਰ ਦੇ ਹਿਸਾਬ ਨਾਲ ਕਮਜ਼ੋਰੀ ਵੀ ਆ ਜਾਂਦੀ ਹੈ ਤੇ ਉਹ ਪਰਫਾਰਮੈਂਸ ਨਹੀਂ ਰਹਿੰਦੀ, ਭਾਵੇਂ ਫਿਜ਼ੀਕਲ ਲੈ ਲਓ ਜਾਂ 8 ਘੰਟੇ ਆਫਿਸ 'ਚ ਬੈਠਣਾ ਔਖਾ ਹੋ ਜਾਂਦਾ ਹੈ, ਬ੍ਰੇਨ ਦੇ ਤੌਰ ਤੇ ਮੈਮਰੀ ਵੀ ਹੋ ਜਾਂਦੀ ਹੈ, ਨਿਗਾਹ ਦਾ ਵੀ ਆ ਜਾਂਦਾ ਹੈ, ਹੀਰਿੰਗ ਦਾ ਵੀ ਆ ਜਾਂਦਾ, ਉਹ ਪਰਫਾਰਮੈਂਸ ਨਹੀਂ ਰਹੀ। ਪਰ ਕਿਹੜੀ ਉਮਰ 'ਚ ਇਹ ਸਭ ਕੁਝ ਸ਼ੇਰਗਿਲ ਜੀ, ਕਿਹੜੀ ਉਮਰ 'ਚ ਆਉਂਦਾ? ਕਿਉਂਕਿ ਹੁਣੇ ਮਲਹੋਤਰਾ ਜੀ ਕਹਿ ਕੇ ਗਏ ਵੀ ਤਜਰਬਾ ਵੀ ਤੇ ਕੋਈ ਚੀਜ਼ ਹੈ ਨਾ, ਤੇ ਤਜਰਬੇ ਦਾ ਵੀ ਫਾਇਦਾ ਲੈਣਾ ਚਾਹੀਦਾ। ਉਹ ਕਿਵੇਂ ਫਾਇਦਾ ਲੈਣਾ ਚਾਹੀਦਾ ਫਿਰ? ਸਾਡੇ ਜਿਹੜੇ ਪੋਲੀਟੀਕਲ ਲੀਡਰ ਹੈ ਇਹਨਾਂ ਨੇ ਤਾਂ ਇੱਕ ਹਲਕਾ ਸੰਭਾਲਣਾ ਹੁੰਦਾ, ਇੱਕ ਇਲਾਕਾ ਸੰਭਾਲਣਾ, ਫਿਰ ਸਟੇਟ ਮੁੱਖ ਮੰਤਰੀ ਨੇ, ਦੂਜੇ ਪ੍ਰਧਾਨ ਮੰਤਰੀ ਨੇ, ਸਾਰਾ ਦੇਸ਼। ਜੇ ਉਹ ਪਰਫਾਰਮੈਂਸ ਪੂਰੀ ਨਹੀਂ ਦੇ ਸਕਦੇ ਫਿਰ ਮੇਰੇ ਖਿਆਲ ਉਸ ਅਹੁਦੇ ਦਾ ਮਤਲਬ ਵੀ ਚੁਣੇ ਜਾਣ ਲੋਕਾਂ ਦਾ ਜਿਹੜਾ ਪੈਸਾ ਖਰਚਿਆ ਹੋਇਆ ਟਾਈਮ ਹੈ ਉਹ ਠੀਕ ਨਹੀਂ ਮਿਲਦਾ, ਉਹ ਜਾਇਜ਼ ਨਹੀਂ ਕਰੀ ਆਪਾਂ ਕਹਿੰਦੇ ਫੇਰ ਨਹੀਂ ਪਬਲਿਕ ਨਾਲ। ਸਰਕਾਰੀ ਆਪਣੇ ਨੌਕਰ ਨੇ ਜਿਹੜੇ ਕਰਮਚਾਰੀ ਨੇ ਉਹ 58 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਆ। ਚਲੋ ਇਹਨਾਂ ਨੂੰ ਤੁਸੀਂ 10 ਸਾਲ ਹੋਰ ਦੇ ਦਿਓ, ਇਹ 68 ਜਾਂ 70 'ਚ ਰਿਟਾਇਰ ਹੋ ਜਾਣ, ਪਰ ਰਿਟਾਇਰਮੈਂਟ ਦੀ ਇਹਨਾਂ ਦੀ ਏਜ ਤਾਂ ਜ਼ਰੂਰ ਚਾਹੀਦੀ ਹੈ। ਓਕੇ, ਪਰ ਇਹ ਹਟਦੇ ਨਹੀਂ, ਇੰਨਾ ਚਿਰ ਹਾਰ ਨਹੀਂ ਜਾਂਦੇ ਜਾਂ ਮਰ ਨਹੀਂ ਜਾਂਦੇ। ਪਿੱਛੇ 17 ਜਦੋਂ ਇਲੈਕਸ਼ਨ ਹੋਈ ਆ, ਬਾਦਲ ਨੂੰ ਦਿੰਦੀ ਸੀ ਵੀ ਮੇਰੀ ਹਾਰ ਹੋ ਰਹੀ ਆ, ਤੇ ਉਹ ਕਹਿੰਦਾ ਮੈਨੂੰ ਇੱਕ ਵਾਰੀ ਹੋਰ ਮੁੱਖ ਮੰਤਰੀ ਬਣਾ ਦਿਓ, ਮੇਰੀ 5 ਸਾਲ ਹੋਰ ਉਮਰ ਵੱਧ ਜਾਊਗੀ ਜੀ। ਜੇ ਵੀ ਨਹੀਂ ਰੱਜਿਆ ਬੰਦਾ, ਹੱਦ ਹੋ ਗਈ। ਤੇ ਇਹ ਬੰਦੇ ਰੱਜਦੇ ਨਹੀਂ, ਇਹ ਤਾਂ ਜਿੰਨਾ ਚਿਰ ਇਸ ਦੁਨੀਆ ਤੋਂ ਨਹੀਂ ਚਲੇ ਜਾਂਦੇ ਜਾਂ ਇਹ ਹਾਰ ਨਹੀਂ ਜਾਂਦੇ ਕਦੇ ਵੀ। ਵੈਸੇ ਮਾਸਟਰ ਜੀ, ਕਿੰਨੀ ਅਫਸੋਸ ਦੀ ਗੱਲ ਹੈ ਕਿ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣੇ, ਇੰਨੀ ਵਾਰੀ ਚੋਣ ਜਿੱਤੇ, ਸ਼ਾਇਦ 10 ਕੇ 11 ਚੋਣਾਂ ਜਿੱਤੇ, ਪਰ ਅਖੀਰਲੀ ਚੋਣ ਜਿਹੜੀ 2022 ਦੀ ਸੀ ਉਹ ਹਾਰ ਗਏ। अस्सलामुअलैकुम, सत श्री अकाल। मैं हाँ कंवर संधू। इस वेले नॉर्थ अमेरिका च है मंगलवार की शाम, भारत च है बुधवार की सवेर, नानकशाही संमत 555 सौण की 25 तरीक है, और तुसी देख रहे जे तुहाडा अपना शो हैलो ग्लोबल पंजाब। ये शो रोज़ वांगू अज भी ग्लोबल पंजाब टीवी ते चैनल पंजाबी ते लाइव टैलीकास्ट है। असी इस वेले ग्लोबल पंजाब टीवी के फेसबुक पेज के उपर भी लाइव है, और इनू मेरे निजी फेसबुक पेज उपर क्रॉस पोस्ट किया जा रहा है। OTT प्लेटफॉर्म जियो टीवी ते डेली हंट उपर भी इस शो तुसी देख सकते जी। कॉल इन शो आ, सो कॉल करना ना भुल्यो। कॉल करने वास्ते जिहड़ा साडा नंबर है वो लगातार तारी स्क्रीन के उपर डिस्पले होगा, और वो नंबर मैं दोबारा रिपीट भी करता रहूँगा। नंबर है 188892322656। इस शो दे विच असीं किसी ना किसी इंपॉर्टेंट इशू, इंपॉर्टेंट जिहड़ा मसला हुंदा वा, मुद्दा वा, उहदे ते असीं विचार चर्चा करते हैं, और तुहाडे व्यूज़ भी शेयर करते हैं, और अपना व्यू भी मैं तुहाडे नाल साझा करदा वां। अज आपां एक बहुत दिलचस्प मसले ते गल करांगे। सोमवार नूं जिस वेले दिल्ली सेवावां बिल दे उपर राज सभा दे विच वोटिंग होनी सी, उस वेले साबका प्रधानमंत्री 90 साल की उम्र दे विच डॉक्टर मनमोहन सिंह व्हील चेयर ते विधान सभा राज सभा दे विच पहुंचे, और उन्हां दी सेहत पिछले दिनों तो काफ़ी खराब चल रही है। उस खराब हालत दे विच भी उत्थे पहुंचे, थोड़ा जिहा देखण नूं लगदा सी भी वो काफ़ी बीमार ने, और विरोधी धिरां ने उस वेले ताड़ियां मारियां कि डॉक्टर मनमोहन सिंह उत्थे पहुंचे ने, लेकिन उन्हां दा उत्थे पहुंचना, वोट पाउणा, इहदी काफ़ी भाजपा ने, सत्ताधार पार्टी ने काफ़ी आलोचना की है कि एक तरीके नाल
ਜੋ ਭਾਜਪਾ ਜੋ ਕਾਂਗਰਸ ਸਾਬਤ ਕਰਨਾ ਚਾਹੁੰਦੀ ਹੈ ਉਹ ਸ਼ਰਮਨਾਕ ਹੈ, ਬੇਹੱਦ ਸ਼ਰਮਨਾਕ ਹੈ। ਲੇਕਿਨ ਕਾਂਗਰਸ ਨੇ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਕਿ 2007 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਜਦੋਂ ਰਾਸ਼ਟਰਪਤੀ ਦੀ ਚੋਣ ਸੀ, ਉਦੋਂ ਲੋਕ ਸਭਾ ਦੇ ਵਿੱਚ ਕਰੀਬ ਇਸੇ ਹਾਲਤ 'ਚ ਵੀਲ ਚੇਅਰ ਦੇ ਉੱਤੇ ਲੋਕ ਸਭਾ 'ਚ ਪਹੁੰਚੇ ਸਨ। ਇਸ ਮਸਲੇ ਨੇ, ਇਸ ਡਿਬੇਟ ਨੇ, ਇਸ ਵਿਚਾਰ ਚਰਚਾ ਨੇ ਇੱਕ ਬਹੁਤ ਇੰਪੋਰਟੈਂਟ ਇਸ਼ੂ ਸਾਹਮਣੇ ਲਿਆਂਦਾ ਕਿ ਕੀ ਸਾਡੇ ਮੁਲਕ ਦੇ ਵਿੱਚ ਸਿਆਸੀ ਲੀਡਰਾਂ ਦਾ ਕੋਈ ਰਿਟਾਇਰਮੈਂਟ ਏਜ ਹੋਣੀ ਚਾਹੀਦੀ ਹੈ, ਉਹਨਾਂ ਦੀ ਸੇਵਾ ਮੁਕਤੀ ਦੀ ਕੋਈ ਏਜ ਹੋਣੀ ਚਾਹੀਦੀ ਹੈ। ਕੀ ਵਜ੍ਹਾ ਵਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਉਮਰ ਤੋਂ ਬਾਅਦ ਸਿਆਸੀ ਲੀਡਰ ਜਿਹੜੇ ਨੇ ਆਪਣੇ ਆਪ ਹੀ ਸੇਵਾ ਮੁਕਤ ਹੋ ਜਾਂਦੇ ਨੇ ਜਾਂ ਰਿਟਾਇਰਮੈਂਟ ਲੈ ਲੈਂਦੇ ਨੇ। ਲੇਕਿਨ ਸਾਡੇ ਭਾਰਤ ਦੇ ਵਿੱਚ ਬੜੀ ਵੱਡੀ ਉਮਰ ਤੱਕ 85, 90, 95 ਸਾਲ ਤੱਕ ਵੀ, ਜਿਵੇਂ ਤੁਸੀਂ ਵੇਖਿਆ ਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪਿਛਲੀ ਇਲੈਕਸ਼ਨ ਕਰੀਬ ਆਲਮੋਸਟ 95 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ, ਹਾਰ ਗਏ। ਉਹ ਹੋਰ ਵੀ ਇੱਕ ਅਫਸੋਸਨਾਕ ਗੱਲ ਹੈ। ਸੋ ਕੀ ਸਾਡੇ ਸਿਆਸੀ ਲੀਡਰਾਂ ਵਾਸਤੇ ਕੋਈ ਰਿਟਾਇਰਮੈਂਟ ਏਜ ਹੋਣੀ ਚਾਹੀਦੀ ਹੈ, ਸੇਵਾ ਮੁਕਤੀ ਦੀ ਏਜ ਹੋਣੀ ਚਾਹੀਦੀ ਹੈ? ਇਹਦੇ ਤੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਮੈਂ ਬਾਕੀ ਮੁਲਕਾਂ ਦਾ ਵੀ ਉਦਾਹਰਨ ਦਊਂਗਾ ਔਰ ਤੁਸੀਂ ਵੀ ਜੋ ਤੁਹਾਨੂੰ ਜਾਣਕਾਰੀ ਹੋਵੇ ਸਾਂਝੀ ਕਰ ਸਕਦੇ ਜੀ। ਕੁਝ ਸੱਜਣ ਸਾਡੇ ਨਾਲ ਆਲਰੇਡੀ ਫੋਨ ਲਾਈਨ ਤੇ ਜੁੜ ਰਹੇ ਨੇ, ਮੈਂ ਉਹਨਾਂ ਨਾਲ ਸੰਪਰਕ ਕਰਕੇ ਤੁਹਾਡੇ ਨਾਲ ਉਹਨਾਂ ਦੇ ਵਿਊ ਸਾਂਝੇ ਕਰਨ ਜਾ ਰਿਹਾ। ਵਿਲ ਟੇਕ ਦੀ ਫਰਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਮਲਹੋਤਰਾ ਜੀ। ਜੀ ਮਲਹੋਤਰਾ ਜੀ। ਅੱਜ ਦੇ ਟੌਪਿਕ ਤੇ ਬੜਾ ਅੱਛਾ ਟੌਪਿਕ ਹੈ ਤੁਹਾਡਾ। ਜੀ ਥੈਂਕ ਯੂ। ਇਹਦੇ 'ਚ ਇਹ ਹੈ ਜੀ ਕਿ ਜਿਹੜੇ ਸਾਡੇ ਸੀਨੀਅਰਸ ਲੀਡਰ ਨੇ ਜੀ, ਉਹਨਾਂ ਕੋਲੋਂ ਅਸੀਂ ਐਕਸਪੀਰੀਅੰਸ ਜ਼ਰੂਰ ਲੈ ਸਕਦੇ ਆ, ਪਰ ਉਹਨਾਂ ਨੂੰ ਐਕਟਿਵ ਰੱਖਣਾ ਇੰਨਾ ਸਹੀ ਨਹੀਂਗਾ। ਓਕੇ, ਉਹਦਾ ਕਾਰਨ ਮੈਂ ਦੱਸਾਂਗਾ ਕਿਉਂ। ਹਾਂ। ਤੁਸੀਂ ਐਕਟਿਵ ਪਾਰਲੀਮੈਂਟ 'ਚ ਵੀ ਵੇਖਿਆ ਕਿ ਕਈ ਬੰਦਿਆਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਤੇ ਉਹ ਪਤਾ ਨਹੀਂ ਕੀ ਕੁਝ ਬੋਲ ਜਾਂਦੇ ਜਿਹੜੇ ਕਿ ਉਹਨਾਂ ਨੂੰ ਸਾਜ਼ ਬੋਲਣੇ ਨਹੀਂ ਚਾਹਤੇ। ਔਰ ਮੈਂ ਨਾਂ ਨਹੀਂ ਕਿਸੇ ਦਾ ਵੀ ਲਾਂਗਾ। ਇੱਕ ਸਾਡਾ ਹਿੰਦੁਸਤਾਨ ਦਾ ਬੜਾ ਵੱਡਾ ਲੀਡਰ ਫੋਰਨ ਜਾ ਕੇ ਉਹਨਾਂ ਦਾ ਸ਼ੂਗਰ ਡਾਊਨ ਹੋ ਗਈ ਸੀ ਜਾਂ ਉਹ ਹੋ ਗਿਆ ਸੀ, ਉਹ ਕੁਝ ਬੋਲਦੇ ਇਹੋ ਜਿਹੀਆਂ ਗੱਲਾਂ ਬੋਲ ਕੇ ਜਿਹੜੀਆਂ ਕਿ ਚਾਹੀਦੀਆਂ ਨਹੀਂ ਸਨ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬੰਦਾ ਵੇਖੋ ਜੀ ਇਹਦੇ ਉਮਰ ਦਾ ਤਕਾਜ਼ਾ ਹੈ, ਤੇ ਜਦੋਂ ਬੰਦਾ ਸੀਨੀਅਰ ਹੋ ਜਾਂਦਾ ਨਾ ਤਾਂ ਉਹਨੂੰ ਮੇਰੇ ਖਿਆਲ ਐਜ਼ ਐਕਸਪੀਰੀਅੰਸ ਲੈਣਾ ਬਹੁਤ ਵਧੀਆ ਹੈ, ਪਰ ਨਾਟ ਐਜ਼ ਐਕਟਿਵ। ਠੀਕ ਹੈ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਬੰਦਾ ਪੋਲਿਟਿਕਸ ਚਾਹੁੰਦਾ, ਜਿੱਦਾਂ ਇਲੈਕਸ਼ਨ ਲੜਦਾ, ਮੇਰੇ ਹਿਸਾਬ ਨਾਲ ਉਸ ਲਈ ਉਹਦਾ ਜਿੱਦਾਂ ਇੱਥੇ ਮੈਡੀਕਲ ਹੁੰਦਾ ਨਾ, ਮੈਡੀਕਲ ਕੰਪਲੀਟ ਹੋਣਾ ਚਾਹੀਦਾ, ਕਿਉਂਕਿ ਕਈ ਲੀਡਰਾਂ ਦੀ ਮੈਮਰੀ ਚਲੀ ਜਾਂਦੀ ਹੈ। ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕਿ ਬੰਦੇ ਨੇ ਇਹ ਗੱਲ ਕੀਤੀ ਤੇ ਮੈਂ ਇਹ ਗੱਲ ਕਰਨੀ ਹੈ, ਕੋਈ ਜਵਾਬ ਦੇਣਾ, ਉਹ ਭੁੱਲ ਜਾਂਦੇ ਨੇ। ਮਲਹੋਤਰਾ ਜੀ, ਜੇ ਮੈਡੀਕਲ ਹੋਣ ਲੱਗ ਪਿਆ ਤੇ ਬਹੁਤ ਸਾਰੇ ਲੀਡਰ ਤੇ ਫਿਰ ਅਨਫਿਟ ਸਾਬਤ ਹੋ ਜਾਣਗੇ। ਪਰ ਉਹਦਾ ਕਾਰਨ ਹੈ ਕਿ ਇਹਨਾਂ ਨੁਕਸਾਨ ਵੀ ਬਹੁਤ ਹੋ ਰਿਹਾ। ਅਗਰ ਮੈਂ ਨਾਂ ਨਹੀਂ ਲਾਂਗਾ, ਪਰ ਤੁਸੀਂ ਐਕਟਿਵ ਪਾਰਲੀਮੈਂਟ 'ਚ ਵੇਖੋ, ਇੱਕ ਬੰਦੇ ਨੂੰ ਗੁੱਸਾ ਆ ਗਿਆ ਸੀ ਸਪੀਚ ਦੇ ਉਹ ਕੀ ਕੁਝ ਬੋਲ ਗਿਆ, ਕਿਸੇ ਨੂੰ ਪਤਾ ਨਹੀਂ ਲੱਗਾ। ਪਰ ਇਹ ਇਦਾਂ ਦਾ ਕੋਈ ਮੈਡੀਕਲ ਚੈੱਕਅਪ ਤੇ ਸ਼ਾਇਦ ਬਾਹਰਲੇ ਮੁਲਕਾਂ 'ਚ ਵੀ ਹੈ ਨਹੀਂ ਗਿਆ, ਹਾਲਾਂਕਿ ਉੱਥੇ ਬਹੁਤੀ ਉਮਰ ਦੇ ਲੀਡਰ ਆਪਾਂ ਵੇਖਣ ਨੂੰ ਨਹੀਂ ਮਿਲਦੇ। ਮੇਰੇ ਹਿਸਾਬ ਸੇ ਇਹ ਹੈ ਕਿ ਇਹਨਾਂ ਨੂੰ ਐਜ਼ ਐਕਸਪੀਰੀਅੰਸ ਯੂਜ਼ ਕਰਨਾ ਚਾਹੀਦਾ, ਐਜ਼ ਐਕਟਿਵ ਮੈਂਬਰ ਨਹੀਂ ਯੂਜ਼ ਕਰਨਾ ਚਾਹੀਦਾ। ਇਹਨਾਂ ਦਾ ਐਕਸਪੀਰੀਅੰਸ ਅੱਗੇ ਨਵੇਂ ਲੀਡਰਾਂ ਨੂੰ ਦਿੱਤਾ ਜਾਵੇ, ਬਚ ਬੈਟਰ ਉਹ ਤਰੱਕੀ ਬਹੁਤੀ ਹੋਏਗੀ। ਥੈਂਕ ਯੂ ਭਾਈ ਸਾਹਿਬ, ਥੈਂਕ ਯੂ ਮਲਹੋਤਰਾ ਜੀ। ਮਲਹੋਤਰਾ ਜੀ ਸਾਡੇ ਨਾਲ ਅਮਰੀਕਾ ਤੋਂ ਜੁੜੇ ਸਨ। ਉਹਨਾਂ ਦਾ ਖਿਆਲ ਹੈ ਕਿ ਮੈਡੀਕਲ ਚੈੱਕਅਪ ਸਿਆਸੀ ਲੀਡਰਾਂ ਦਾ ਹੋਣਾ ਚਾਹੀਦਾ। ਤੇ ਇਹਦਾ ਮਤਲਬ ਹੈ ਵੀ ਜੇ ਉਹਨਾਂ ਦੀ ਗੱਲ ਮੰਨੀਏ ਤੇ ਸਿਆਸੀ ਲੀਡਰਾਂ ਨੂੰ ਵੀ ਮੇਰੇ ਖਿਆਲ ਰੈਗੂਲਰਲੀ ਜਿਮ ਜੁਆਇਨ ਕਰਨਾ ਪਊਗਾ ਔਰ ਫਿਟਨੈਸ ਸਰਟੀਫਿਕੇਟ ਦੇਣਾ ਪਵੇਗਾ। ਵਿਲ ਟੇਕ ਦ ਨੈਕਸਟ ਕਾਲ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਸ਼ੇਰਗਿਲ ਜੀ। ਹਾਂਜੀ ਸੰਧੂ ਸਾਹਿਬ, ਦੇਖਿਆ ਜਾਵੇ ਨਾ ਵਿਅਕਤੀ ਜਦੋਂ ਉਮਰ ਦੇ ਹਿਸਾਬ ਨਾਲ ਕਮਜ਼ੋਰੀ ਵੀ ਆ ਜਾਂਦੀ ਹੈ ਤੇ ਉਹ ਪਰਫਾਰਮੈਂਸ ਨਹੀਂ ਰਹਿੰਦੀ, ਭਾਵੇਂ ਫਿਜ਼ੀਕਲ ਲੈ ਲਓ, 8 ਘੰਟੇ ਆਫਿਸ 'ਚ ਬੈਠਣਾ ਔਖਾ ਹੋ ਜਾਂਦਾ ਹੈ, ਬ੍ਰੇਨ ਦੇ ਤੌਰ ਤੇ ਮੈਮਰੀ ਵੀ ਹੋ ਜਾਂਦੀ ਹੈ, ਨਿਗਾਹ ਦਾ ਵੀ ਆ ਜਾਂਦਾ ਹੈ, ਹੀਅਰਿੰਗ ਦਾ ਵੀ ਆ ਜਾਂਦਾ, ਉਹ ਪਰਫਾਰਮੈਂਸ ਨਹੀਂ ਰਹਿੰਦੀ। ਪਰ ਕਿਹੜੀ ਉਮਰ 'ਚ ਇਹ ਸਭ ਕੁਝ ਸ਼ੇਰਗਿਲ ਜੀ, ਕਿਹੜੀ ਉਮਰ 'ਚ ਆਉਂਦਾ? ਕਿਉਂਕਿ ਹੁਣੇ ਮਲਹੋਤਰਾ ਜੀ ਕਹਿ ਕੇ ਗਏ ਵੀ ਤਜਰਬਾ ਵੀ ਤੇ ਕੋਈ ਚੀਜ਼ ਹੈ ਨਾ, ਤੇ ਤਜਰਬੇ ਦਾ ਵੀ ਫਾਇਦਾ ਲੈਣਾ ਚਾਹੀਦਾ। ਉਹ ਕਿਵੇਂ ਫਾਇਦਾ ਲੈਣਾ ਚਾਹੀਦਾ ਫਿਰ? ਨਹੀਂ ਤਾਂ ਤਜਰਬੇ ਤਾਂ ਆਮ ਦੇਖਿਆ ਜਾਵੇ ਨਾ, ਜੇ ਤੁਸੀਂ 80 ਦੇ ਜਾ ਵੜਦੇ ਆ ਸੰਧੂ ਸਾਹਿਬ, ਉਦੋਂ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਤੁਹਾਡੇ ਰੈਸ਼ ਹੋਣੀ, ਆਪਣੀ ਚਮੜੀ ਕਮਜ਼ੋਰ ਹੋਣੀ, ਪਿੰਗਲਸ ਆ ਜਾਣੀ, ਇਹ ਤਾਂ ਆਉਂਦੇ ਆ ਲਾਜ਼ਮੀ, ਕੋਈ ਸ਼ੱਕ ਨਹੀਂ ਹੈਗਾ। ਤੇ ਜੇ ਬੱਚੇ ਗਏ ਹੁਣ ਉੱਥੇ ਆਪਾਂ ਦੇਖਿਆ ਜਾਵੇ ਸਰਕਾਰੀ ਅਫਸਰ 'ਚ, ਉਹਨਾਂ 'ਚ ਜਿਹੜੀ ਰਿਟਾਇਰਮੈਂਟ ਦੀ ਉਮਰ ਹੈ, ਜਾਂ ਟੀਚਰ ਲੈ ਲਓ ਜਾਂ ਛੋਟੇ ਦਫ਼ਤਰਾਂ 'ਚ ਲੈ ਲਓ 58 ਦੀ ਜਾਂ 60 ਦੀ ਲੈ ਲਓ, ਕਿ ਉੱਥੇ ਹੈ ਤਾਂ ਸਾਡੇ ਜਿਹੜੇ ਪੋਲੀਟੀਕਲ ਲੀਡਰ ਹੈ, ਇਹਨਾਂ ਨੇ ਤਾਂ ਇੱਕ ਹਲਕਾ ਸੰਭਾਲਣਾ ਹੁੰਦਾ, ਇੱਕ ਇਲਾਕਾ ਸੰਭਾਲਣਾ, ਫਿਰ ਸਟੇਟ ਮੁੱਖ ਮੰਤਰੀ ਨੇ, ਦੂਜੇ ਪ੍ਰਧਾਨ ਮੰਤਰੀ ਨੇ, ਸਾਰਾ ਦੇਸ਼। ਜੇ ਉਹ ਪਰਫਾਰਮੈਂਸ ਪੂਰੀ ਨਹੀਂ ਦੇ ਸਕਦੇ, ਫਿਰ ਮੇਰੇ ਖਿਆਲ ਉਸ ਅਹੁਦੇ ਦਾ
ਮਤਲਬ ਵੀ ਚੁਣੇ ਜਾਣ ਲੋਕਾਂ ਦਾ ਜਿਹੜਾ ਪੈਸਾ ਖਰਚਿਆ ਹੋਇਆ ਟਾਈਮ ਹੈ ਉਹ ਠੀਕ ਨਹੀਂ ਮਿਲਦਾ, ਉਹ ਜਾਇਜ਼ ਨਹੀਂ, ਜਾਣੀ ਆਪਾਂ ਕਹਿੰਦੇ ਫੇਰ ਨਹੀਂ ਪਬਲਿਕ ਨਾਲ, ਜਿਵੇਂ ਤੁਸੀਂ ਕੀਤਾ ਵੀ 2017 ਤੋਂ ਲੈ ਕੇ ਬਾਦਲ ਸਾਹਿਬ ਨਹੀਂ ਗਏ, ਫਿਰ ਉਹਦਾ ਮਤਲਬ ਕੀ ਹੋਇਆ ਜੀ? ਬਾਦਲ ਸਾਹਿਬ, ਮੈਂ ਉਦੋਂ ਸ਼ੇਰਗਿੱਲ ਜੀ ਮੈਂ ਵਿਧਾਨ ਸਭਾ ਦਾ ਮੈਂਬਰ ਸੀਗਾ 2017 ਤੋਂ ਲੈ ਕੇ 22 ਤੱਕ। ਜਿੰਨੇ ਕਿ ਮੈਨੂੰ ਯਾਦ ਆ 3 ਕੁ ਵਾਰੀ ਟੋਟਲ ਆਏ ਉੱਥੇ, ਉਹ ਵੀ ਕੋਈ ਨਾਲ ਉਹਨਾਂ ਨੂੰ ਖੜੇ ਬਾਂਹ ਫੜ ਕੇ ਉਹਨਾਂ ਨੂੰ ਲੈ ਕੇ ਆਉਂਦਾ ਸੀ, ਬਾਂਹ ਫੜ ਕੇ ਬਿਠਾਉਂਦਾ ਸੀ, ਫਿਰ ਜੋ ਜਾਣਾ ਹੁੰਦਾ ਸੀ ਉਹ ਇਸ਼ਾਰਾ ਕਰਦੇ ਸੀ, ਫਿਰ ਬਾਂਹ ਫੜ ਕੇ ਉਹਨਾਂ ਨੂੰ ਲੈ ਜਾਂਦੇ ਸੀ। ਔਰ 3 ਵਾਰੀ ਆਏ ਆ ਤੇ ਕੋਈ ਬਹੁਤੀ ਡਿਬੇਟ ਦੇ ਵਿੱਚ ਵੀ, ਮੇਰੇ ਖਿਆਲ ਕਿਸੇ ਡਿਬੇਟ 'ਚ ਵੀ ਉਹਨਾਂ ਨੇ ਹਿੱਸਾ ਇੱਕ ਅੱਧੀ ਨੂੰ ਛੱਡ ਕੇ ਨਹੀਂ ਲਿਆ। ਹਾਂਜੀ, ਜੇਕਰ ਸੰਧੂ ਸਾਹਿਬ ਮੈਂ ਇਹ ਕਹੂੰਗਾ ਜੇ ਮੈਂਡੇਟਰੀ ਰਿਟਾਇਰਮੈਂਟ ਏਜ ਨਹੀਂ ਹੈ ਤੇ ਫਿਰ ਮੋਰਲੀ ਤੌਰ ਤੇ ਆਪ ਅਖਲਾਕੀ ਤੌਰ ਤੇ ਮੇਰੇ ਨੈਤਿਕ ਤੌਰ ਤੇ ਆਪਣੇ ਨੈਤਿਕ ਤੌਰ ਤੇ ਜਿਵੇਂ ਬਾਹਰਲੇ ਮੁਲਕਾਂ 'ਚ ਆ, ਇਸ ਇੱਕ ਏਜ ਤੋਂ ਬਾਅਦ ਨਹੀਂ ਚੋਣ ਲੜਨੀ ਚਾਹੀਦੀ ਜਾਂ ਮੈਂਬਰਸ਼ਿਪ ਐਕਸੈਪਟ ਨਹੀਂ ਕਰਨੀ ਚਾਹੀਦੀ। ਮਿਹਰਬਾਨੀ, ਥੈਂਕ ਯੂ ਸ਼ੇਰਗਿੱਲ ਜੀ। ਮੈਂ ਇੱਥੇ ਦੱਸਣਾ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਮੈਂ ਪਤਾ ਕੀਤਾ ਵਾ, ਇੱਥੇ ਸੈਨੇਟਰ ਜਿਹੜੇ ਨੇ ਉਹ 75 ਸਾਲ ਦੀ ਉਮਰ ਤੱਕ ਨੋਮੀਨੇਟ ਹੁੰਦੇ ਨੇ। ਉਸ ਤੋਂ ਬਾਅਦ ਵੈਸੇ ਦੇ ਆਰ ਨੋਮੀਨੇਟਡ ਫॉर ਲਾਈਫ, ਇਹਦਾ ਮਤਲਬ ਹੈ 75 ਸਾਲ ਤੋਂ ਪਹਿਲਾਂ ਨੋਮੀਨੇਟ ਜੇ ਹੋ ਜਾਂਦੇ ਆ ਤੇ ਜਿੰਨਾ ਚਿਰ ਤੱਕ ਉਹ ਰਹਿੰਦੇ ਨੇ ਉਹ ਬਤੌਰ ਮੈਂਬਰ ਕੰਮ ਕਰਦੇ ਰਹਿੰਦੇ ਨੇ, ਲੇਕਿਨ ਨੋਮੀਨੇਸ਼ਨ ਦੀ ਉਮਰ 75 ਸਾਲ ਹੈ। ਵੈਸੇ ਭਾਜਪਾ ਨੇ ਵੀ ਹੁਣ ਇੱਕ ਉਮਰ ਰੱਖੀ ਹੋਈ ਆ ਕਿ 75 ਸਾਲ ਹੀ ਉਮਰ ਹੈ ਇਲੈਕਸ਼ਨ ਵਾਸਤੇ। ਹਾਲਾਂਕਿ 2019 ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਸਨ ਉਹ 86 ਸਾਲ ਦੀ ਉਮਰ ਦੇ ਵਿੱਚ ਵੀ ਲੋਕ ਸਭਾ ਮੈਂਬਰ ਜ਼ਰੂਰ ਬਣੇ। ਹੋਰ ਵੀ ਬਹੁਤ ਸਾਰੇ ਸਾਡੇ ਲੀਡਰ ਨੇ ਜਿਹੜੇ ਕਾਫੀ ਉਮਰ ਤੱਕ ਸਿਆਸਤ ਦੇ ਵਿੱਚ ਸਰਗਰਮ ਰਹੇ। ਪ੍ਰਕਾਸ਼ ਸਿੰਘ ਬਾਦਲ ਦਾ ਆਪਾਂ ਉਦਾਹਰਨ ਦਿੱਤਾ ਹੀ ਆ ਕਿ ਉਹ ਪਿੱਛੇ ਜੇ ਉਹਨਾਂ ਦੀ ਡੈਥ ਹੋਈ ਆ ਉਦੋਂ ਆਲਮੋਸਟ 95 ਸਾਲ ਦੀ ਉਹਨਾਂ ਦੀ ਉਮਰ ਸੀ। ਮੈਂ ਬਾਹਰਲੇ ਮੁਲਕਾਂ ਦਾ ਵੀ ਐਗਜ਼ਾਮਪਲ ਦਊਂਗਾ ਕਿ ਕਿੰਨੀ ਕਿੰਨੀ ਉਮਰ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਬਣੇ ਜਾਂ ਪ੍ਰਧਾਨ ਮੰਤਰੀ ਬਣੇ। ਪਰ ਉਸ ਤੋਂ ਪਹਿਲਾਂ ਜਿਹੜੇ ਸੱਜਣ ਸਾਡੇ ਨਾਲ ਕਾਲ ਲਾਈਨ ਤੇ ਜੁੜੇ ਨੇ, ਉਹਨਾਂ ਦੀ ਕਾਲ ਲੈਣ ਤੋਂ ਪਹਿਲਾਂ ਮੈਂ ਵੀ ਦੱਸ ਦਵਾਂ ਕਿ ਪਾਲੀ ਗਿੱਦਰਪਾ, ਲਾਲ ਸਿੰਘ ਬੁਢਲਾਡਾ, ਮਨਜੀਤ ਸੁਰਖਾਂ, ਮਿਸਕੀ ਗੁਪਤਾ, ਗੁਰਪ੍ਰੀਤ ਸੇਖੋ ਬੰਟੂ, ਜਸਵਿੰਦਰ ਸਿੰਘ, ਇਹ ਵੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ। ਇਹਨਾਂ ਦਾ ਵੀ ਸਾਰਿਆਂ ਦਾ ਸਵਾਗਤ ਹੈ। ਮਿਸਕੀ ਗੁਪਤਾ ਦਾ ਵਿਚਾਰ ਹੈ ਕਿ ਡੋਪ ਟੈਸਟ, ਸ਼ਰਾਬ ਟੈਸਟ, ਮਾਨਸਿਕਤਾ ਦੀ ਬਿਮਾਰੀਆਂ ਦੇ ਟੈਸਟ ਹੋਣ, ਸਰਪੰਚ ਦੀ ਚੋਣ, MLA ਦੀ ਚੋਣ ਲੜੀ ਹੋਣੀ ਚਾਹੀਦੀ ਹੈ। ਕਿ MP ਬਣਨ ਵਾਸਤੇ ਉਹਨਾਂ ਨੇ ਕਈ ਚੀਜ਼ਾਂ ਗਿਣਾਤੀਆਂ, ਕਈ ਸ਼ਰਤਾਂ ਗਿਣਾਤੀਆਂ। ਮਿਸਕੀ ਗੁਪਤਾ ਜੀ, ਇਹ ਸ਼ਰਤਾਂ ਨਾਲ ਤੇ ਮੇਰੇ ਖਿਆਲ ਬਹੁਤੇ ਤੁਸੀਂ ਡਿਸਕੁਆਲੀਫਾਈ ਕਰ ਦਿਓਗੇ। ਦਿਲਜੀਤ ਸੰਧੂ ਵੀ ਹੁਣੇ ਫੇਸਬੁੱਕ ਤੇ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਭਾਈ ਸਾਹਿਬ, ਔਨ 에ਅਰ ਜੇ, ਤੁਸੀਂ ਕੌਣ ਬੋਲ ਰਹੇ ਜੇ? ਹਾਂਜੀ, ਮੈਂ ਮਾਸਟਰ ਸਵਰਨ ਸਿੰਘ ਬੋਲਦਾ ਜੀ। ਜੀ ਜੀ ਮਾਸਟਰ ਜੀ, ਸਵਾਗਤ ਹੈ ਅੱਜ ਦੀ ਸ਼ੋਅ ਦੇ ਵਿੱਚ। ਜਿਵੇਂ ਮੈਂ ਕੱਲ ਦੱਸਿਆ ਸੀ ਵੀ ਅੱਜ ਕੱਲ ਮੈਂ ਕੈਨੇਡਾ ਆਇਆ ਹੋਇਆ ਤੇ ਮੈਂ ਟੋਰਾਂਟੋ ਤੋਂ ਅੱਜ ਕੱਲ ਇਹ ਸ਼ੋਅ। ਵੈਲਕਮ ਟੂ ਕੈਨੇਡਾ। ਹਾਂਜੀ, ਥੈਂਕ ਯੂ ਵੈਰੀ ਮਚ। ਹਾਂਜੀ ਮਾਸਟਰ ਜੀ। ਹਾਂਜੀ, ਇਹ ਦੇਖੋ, ਇਹ ਲਿਮਿਟ ਤਾਂ ਲਾਉਣੀ ਚਾਹੀਦੀ ਹੈ ਜੀ। ਜਿਵੇਂ ਸਰਕਾਰੀ ਆਪਣੇ ਨੌਕਰ ਨੇ ਜਿਹੜੇ ਕਰਮਚਾਰੀ ਨੇ ਉਹ 58 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਆ। ਚਲੋ ਇਹਨਾਂ ਨੂੰ ਤੁਸੀਂ 10 ਸਾਲ ਹੋਰ ਦੇ ਦਿਓ, ਇਹ 68 ਜਾਂ 70 'ਚ ਰਿਟਾਇਰ ਹੋ ਜਾਣ, ਪਰ ਰਿਟਾਇਰਮੈਂਟ ਦੀ ਇਹਨਾਂ ਦੀ ਏਜ ਤਾਂ ਜ਼ਰੂਰ ਚਾਹੀਦੀ ਆ। ਓਕੇ, ਪਰ ਇਹ ਹਟਦੇ ਨਹੀਂ, ਇੰਨਾ ਚਿਰ ਹਾਰ ਨਹੀਂ ਜਾਂਦੇ ਜਾਂ ਮਰ ਨਹੀਂ ਜਾਂਦੇ। ਓਕੇ। ਤੇ ਪਿੱਛੇ 17 'ਚ ਜਦੋਂ ਇਲੈਕਸ਼ਨ ਹੋਈ ਆ, ਬਾਦਲ ਨੂੰ ਕਹਿੰਦੀ ਸੀ ਵੀ ਮੇਰੀ ਹਾਰ ਹੋ ਰਹੀ ਆ, ਤੇ ਉਹ ਕਹਿੰਦਾ ਮੈਨੂੰ ਇੱਕ ਵਾਰੀ ਹੋਰ ਮੁੱਖ ਮੰਤਰੀ ਬਣਾ ਦਿਓ, ਮੇਰੀ 5 ਸਾਲ ਹੋਰ ਉਮਰ ਵੱਧ ਜੂਗੀ ਜੀ। ਇਹ ਵੀ ਨਹੀਂ ਰੱਜਿਆ ਬੰਦਾ, ਹੱਦ ਹੋ ਗਈ। ਤੇ ਇਹ ਬੰਦੇ ਰੱਜਦੇ ਨਹੀਂ, ਇਹ ਤਾਂ ਜਿੰਨਾ ਚਿਰ ਇਸ ਦੁਨੀਆ ਤੋਂ ਨਹੀਂ ਚਲੇ ਜਾਂਦੇ ਜਾਂ ਇਹ ਹਾਰ ਨਹੀਂ ਜਾਂਦੇ ਕਦੇ ਵੀ। ਵੈਸੇ ਮਾਸਟਰ ਜੀ, ਕਿੰਨੀ ਅਫਸੋਸ ਦੀ ਗੱਲ ਹੈ ਕਿ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣੇ, ਇੰਨੀ ਵਾਰੀ ਚੋਣ ਜਿੱਤੇ, ਸ਼ਾਇਦ 10 ਕੇ 11 ਚੋਣਾਂ ਜਿੱਤੇ, ਪਰ ਅਖੀਰਲੀ ਚੋਣ ਜਿਹੜੀ 2022 ਦੀ ਸੀ ਉਹ ਹਾਰ ਗਏ, ਔਰ ਇੱਕ ਨੌਜਵਾਨ ਤੋਂ ਹਾਰ ਗਏ। ਇਸ ਤਰ੍ਹਾਂ ਹਾਰ ਗਏ, ਦੇਖੋ ਤੁਸੀਂ, ਦੋਨੇ ਹਾਰ ਗਏ। ਪਿਓ ਪੁੱਤ ਕਹਿੰਦੇ ਸੀ ਸਾਡੀਆਂ, ਅਸੀਂ ਜਿਹੜਾ ਵੀ ਇਹਨਾਂ ਦੇ ਖਿਲਾਫ ਖੜਦਾ ਸੀ ਕਹਿੰਦਾ ਜ਼ਮਾਨਤ ਜ਼ਬਤ ਹੋ ਜੂ, ਹਰੇਕ ਵਾਰ ਕਹਿੰਦੇ ਸੀ, ਸੁਣਿਆ ਜੀ, ਹਰੇਕ ਨੂੰ ਕਹਿੰਦੇ ਸੀ। ਪਰ ਅਖੀਰ ਤੇ ਆ ਕੇ ਫਿਰ ਕੁਦਰਤ ਕ੍ਰਿਸ਼ਮਾ ਦਿਖਾ ਵੀ ਦਿੰਦੀ ਆ ਜੀ। ਇਹਨਾਂ ਨੂੰ ਜੀ ਥੋੜਾ ਸਬਰ ਕਰਨਾ ਚਾਹੀਦਾ ਹੈ ਤੇ ਇਹ ਸਬਰ ਕਰਦੇ ਨਹੀਂ। ਥੈਂਕ ਯੂ ਸੋ ਮਚ। ਬਹੁਤ ਮਿਹਰਬਾਨੀ। ਸਿਆਸੀ ਲੀਡਰਾਂ ਨੂੰ ਸਬਰ ਕਰਨਾ ਚਾਹੀਦਾ, ਪਰ ਕਰਦੇ ਨਹੀਂ ਸਬਰ। ਇਹ ਮਾਸਟਰ ਸਵਰਨ ਸਿੰਘ ਦਾ ਵਿਚਾਰ ਆ। ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ। ਹੈਲੋ, ਅਗਲੀ ਕਾਲ ਕਨੈਕਟ ਨਹੀਂ ਹੋਈ, ਸ਼ਾਇਦ ਕੋਈ ਦਿੱਕਤ ਆ ਰਹੀ ਸੀ। ਦੁਬਾਰਾ ਮੈਂ ਕੋਸ਼ਿਸ਼ ਕਰਦਾ ਅਗਲੀ ਕਾਲ ਕਨੈਕਟ ਕਰਨ ਦੀ। ਹੈਲੋ ਹਾਂਜੀ ਭਾਈ ਸਾਹਿਬ, ਔਨ 에ਅਰ ਜੇ, ਤੁਸੀਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ? ਨਿਰਮਲ ਸਿੰਘ ਬੋਲ ਰਹੇ ਸੰਧੂ ਸਾਹਿਬ। ਦੁਬਾਰਾ ਦੱਸਿਓ ਨਾ। ਨਿਰਮਲ ਸਿੰਘ ਜੀ। ਹਾਂਜੀ ਨਿਰਮਲ ਸਿੰਘ ਜੀ। ਸਰ ਜੀ, ਜੇ ਗਵਰਨਮੈਂਟ EMPLOYE ਵੀ ਤਾਂ ਉਸੇ ਹੀ ਸਟੇਟ ਦੇ, ਉਸੇ ਹੀ ਦੇਸ਼ ਦੇ ਵਾਸੀ ਨੇ ਜਿੱਥੇ ਉਹ ਜਿਹੇ ਖਾਧਾ ਖੁਰਾਕਾਂ ਖਾਂਦੇ ਨੇ। ਜੇ ਉਹਨਾਂ ਦੀ ਉਮਰ 58 ਸਾਲ ਹੈ ਤਾਂ ਇਹਨਾਂ ਨੂੰ ਵੱਧ ਤੋਂ ਵੱਧ 5 ਸਾਲ ਜਾਂ 10 ਸਾਲ ਹੋਰ ਦੇ ਦਿਓ, ਇਸ ਤੋਂ ਵੱਧ ਤਾਂ ਲੋੜ ਨਹੀਂ ਜੀ। ਓਕੇ, ਫਿਰ ਕਿੰਨੀ ਤੁਹਾਨੂੰ ਲੱਗਦਾ ਵਾ ਵੀ 70 ਸਾਲ ਦੀ ਉਮਰ ਫਿਕਸ ਹੋ ਜਾਣੀ ਚਾਹੀਦੀ ਹੈ?
ਫਿਰ ਨਾ ਜੀ 78 ਤਾਂ 20 ਸਾਲ ਦੇ ਤੇ ਤੁਸੀਂ। ਪਰ ਵੇਖੋ ਨਾ ਤੁਹਾਡੇ ਅਮਰੀਕਾ ਦੇ ਵਿੱਚ ਜੋ ਬਾਈਡਨ ਜਿਹੜੇ ਇਸ ਵੇਲੇ ਉੱਥੋਂ ਦੇ ਰਾਸ਼ਟਰਪਤੀ ਨੇ 80 ਸਾਲ ਦੀ ਉਮਰ ਆ, ਡੋਨਲਡ ਟਰੰਪ ਜਿਹੜੇ ਉਹਨਾਂ ਨੂੰ ਚੈਲੰਜ ਕਰ ਰਹੇ ਨੇ ਉਹ 77 ਸਾਲ ਦੇ ਨੇ, ਤੇ ਫਿਰ ਆਪਣਿਆਂ ਨੂੰ ਤੁਸੀਂ ਕਿਉਂ ਪਿੱਛੇ ਰੱਖਣਾ ਚਾਹੁੰਦੇ ਨੇ? ਨਹੀਂ, ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਤਾਂ ਕਿਹਾ ਸੀਗਾ ਜਦੋਂ ਅਡਵਾਨੀ ਸਾਹਿਬ ਨੂੰ ਪਾਸੇ ਕਰਿਆ ਵੀ ਯੰਗ ਬੰਦੇ ਚਾਹੀਦੇ ਆ ਜੀ, ਉਹੀ ਏਜ ਰੱਖ ਲੈਣ। ਹਾਂ, ਹੁਣ ਇਸ ਵੇਲੇ ਉਹਨਾਂ ਦੀ ਆਪਣੀ ਉਮਰ ਕਰੀਬ 73 ਸਾਲ ਆ। ਹੁਣ ਦੇਖਦੇ ਆ ਕਿ ਉਹ ਇਲੈਕਸ਼ਨ ਲੜਦੇ ਕਿ ਨਹੀਂ ਲੜਦੇ। ਉਹ ਕਹਿ ਕੇ ਗਏ ਨਹੀਂ ਪਹਿਲਾਂ ਸਾਡੇ ਕਾਲਰ ਇੱਕ ਵੀ ਨਾ ਇਹ ਮਰੇ ਤੋਂ ਬਿਨਾਂ ਨਹੀਂ ਹੱਥ ਛੱਡਦੇ ਪਾਸੇ ਇਹ। ਓਕੇ, ਮਿਹਰਬਾਨੀ, ਥੈਂਕ ਯੂ ਨਿਰਮਲ ਸਿੰਘ ਜੀ, ਥੈਂਕ ਯੂ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਬਲਦੇਵ ਸਿੰਘ ਸ਼ੀਨਾ ਬੋਲ ਰਿਹਾ ਜੀ। ਹਾਂਜੀ ਹਾਂਜੀ ਸ਼ੀਨਾ ਸਾਹਿਬ, ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ। ਬੜਾ ਦਿਲਚਸਪ ਮਸਲਾ ਵਾ ਤੁਹਾਡਾ, ਇਹਦੇ ਬਾਰੇ ਕੀ ਵਿਚਾਰ ਹੈ? ਤੁਸੀਂ ਯਾਰ ਕੰਟਰੀ ਗਵਾਂਢੀ ਕੰਟਰੀ ਆਏ ਹੋ, ਸਾਡੇ ਕੰਟਰੀ ਆ ਜਾਓ, ਇੱਥੇ ਵੀ ਸਾਨੂੰ ਮਿਲ ਜਾਓ ਸਾਨੂੰ ਵੀ। ਹਾਂ, ਮੈਂ ਕੈਨੇਡਾ 'ਚ ਜੀ, ਕੋਸ਼ਿਸ਼ ਕਰਾਂਗੇ ਅਮਰੀਕਾ ਆਉਣ ਦੀ। ਕਿੱਥੇ ਸ਼ੀਨਾ ਸਾਹਿਬ, ਕਿੱਥੇ ਹੁੰਦੇ ਤੁਸੀਂ ਅਮਰੀਕਾ 'ਚ? ਅਸੀਂ ਨਾ ਸ਼ਟਲ ਇਧਰ ਆਪਣੇ ਵੈਨਕੂਵਰ ਤੋਂ ਥੱਲੇ ਲੱਗੇ ਨਾ, ਉੱਥੋਂ ਵੈਨਕੂਵਰ ਤੋਂ ਹਾਂਜੀ ਹਾਂਜੀ ਸਾਡਾ ਮਤਲਬ ਵਾਸ਼ਿੰਗਟਨ ਸਟੇਟ ਹੈ ਮੇਰੇ ਖਿਆਲ। ਆ ਵਾਸ਼ਿੰਗਟਨ ਸਟੇਟ ਅਸੀਂ ਮਤਲਬ ਵੈਸਟ ਸਾਈਡ ਦੇ ਉੱਤੇ ਆ। ਹਾਂ, ਬਹੁਤ ਵਧੀਆ ਸੁਣਿਆ ਉੱਥੇ, ਬਹੁਤ ਜਿਹੜਾ ਵੈਦਰ ਬਹੁਤ ਸੋਹਣਾ ਹੁੰਦਾ ਉੱਥੇ। ਅੱਜ ਵੈਦਰ ਬਹੁਤ ਸੋਹਣਾ ਜੀ। ਬਾਕੀ ਇੱਥੇ ਮਤਲਬ ਜਾਬਾਂ ਬਹੁਤ ਨੇ, ਕੰਪਨੀਆਂ ਬੜੀ ਵੱਡੀਆਂ ਇੱਥੇ ਹੈਗੀਆਂ ਨੇ, ਬੋਇੰਗ ਇੱਥੇ ਆ ਤੇ ਐਮਾਜ਼ੋਨ ਕੰਪਨੀ ਇੱਥੇ ਆ। ਚਲੋ, ਜੇ ਪਰਮਾਤਮਾ ਦੀ ਮਿਹਰ ਹੋਈ ਤੇ ਜ਼ਰੂਰ ਮਿਲਾਂਗੇ ਜੀ, ਆਵਾਂਗੇ। ਅੱਜ ਵੇਲੇ ਮਸਲੇ ਤੇ ਆਈਏ, ਕੀ ਲੱਗਦਾ ਵਾ ਕਿ ਜਿਵੇਂ ਚੱਲਦਾ ਵਾ ਇਸੇ ਤਰ੍ਹਾਂ ਚੱਲਣ ਦੇਣਾ ਚਾਹੀਦਾ ਜਾਂ ਕੋਈ ਨਾ ਕੋਈ ਲਿਮਿਟ ਹੋਣੀ ਚਾਹੀਦੀ ਹੈ ਸਿਆਸੀ ਲੀਡਰਾਂ ਦੀ? ਨਹੀਂ ਸੰਧੂ ਸਾਹਿਬ, ਵੇਖੋ ਜੀ, ਲਿਮਿਟ ਹੋਣੀ ਚਾਹੀਦੀ। ਵੇਖੋ, ਜਦੋਂ ਆਪਾਂ ਜਿੰਨੇ ਵੀ ਬੰਦੇ ਸਰਕਾਰੀ ਨੌਕਰੀਆਂ ਕਰਦੇ ਆ, ਜਿੰਨੇ ਵੀ ਖਾਸ ਕਰਕੇ ਜਿਹੜੇ ਸਿਵਲ ਮਤਲਬ ਨੌਕਰੀਆਂ ਕਰਦੇ ਨੇ ਜੀ, ਉਹ ਮੈਂ ਦੇਖਿਆ ਵਾ ਕਿ ਜੀ ਉਹ 58 ਸਾਲ ਦੇ ਤੱਕ ਉਹਨਾਂ ਨੂੰ ਰਿਟਾਇਰ ਕਰ ਦਿੰਦੇ ਆ ਤੇ ਉਹ ਬੰਦੇ ਮੁੜ ਕੇ ਸਿਆਸਤ 'ਚ ਆ ਜਾਂਦੇ ਆ। ਠੀਕ ਨਹੀਂ, ਮੈਂ ਸਾਡੇ ਮਹਿਕਮੇ ਦੇ 2-3 ਬੰਦੇ ਮੈਂ ਦੇਖਿਆ, ਉਹ ਮਤਲਬ ਚੰਨੀ ਜਿਹੜਾ ਉਹ ਵੀ ਸਾਡੇ ਮਹਿਕਮੇ ਦੇ ਵਿੱਚ ਰਹੇ, ਸਾਡੇ ਸ਼ੂਰ ਫੈਡ ਦੇ ਚੇਅਰਮੈਨ ਰਹੇ ਨੇ, ਤੇ ਉਹ ਮੁੜ ਕੇ ਰਿਟਾਇਰ ਹੋਣ ਤੋਂ ਬਾਅਦ ਮੁੜ ਕੇ ਉਹ ਭਾਜਪਾ ਜਾਣ ਕਰ ਲਈ ਉਹਨਾਂ ਨੇ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਉਹਨਾਂ ਨੇ 15-20 ਸਾਲ ਸਿਆਸਤ ਲਾਉਣੇ ਆ, ਤੇ ਉਸ ਤੋਂ ਬਾਅਦ ਜਦੋਂ ਮੁੜ ਕੇ ਸਿਆਸਤ ਵਿੱਚ ਉਹਨਾਂ ਨੇ ਮੁੜ ਕੇ ਕਈ ਬੰਦੇ, ਉਹਨਾਂ ਬਹੁਤ ਸਾਰੇ ਬੰਦੇ ਜਿਹੜੇ ਗਵਰਨਰ ਲਾ ਦਿੰਦੇ ਆ। ਤੇ ਫਿਰ ਵੇਖੋ, ਜਦੋਂ ਅਸੀਂ ਇੱਕ ਸਰਕਾਰੀ ਬੰਦਾ ਜਿਹੜਾ ਮਤਲਬ ਕੋਈ IAS ਅਫਸਰ ਹੈ ਜਾਂ PCS ਅਫਸਰ ਹੈ ਜਾਂ IPS ਅਫਸਰ ਨੇ, ਉਹ 58 ਸਾਲ ਨੌਕਰੀ ਕਰਦੇ ਆ। ਉਸ ਤੋਂ ਬਾਅਦ ਅਸੀਂ ਸਮਝਦੇ ਵੀ ਇਹ ਯੋਗ ਨਹੀਂ ਹੈਗੇ, ਇਹਨਾਂ ਨੂੰ ਰਿਟਾਇਰ ਕਰ ਦਿਓ ਹੁਣ। ਤੇ ਫਿਰ ਮੁੜ ਕੇ ਉਹ ਸਿਆਸਤ 'ਚ ਆ ਜਾਂਦੇ ਆ, ਤੇ ਸਿਆਸਤ ਤੋਂ ਰਿਟਾਇਰ ਕਰਕੇ ਗਵਰਨਰ ਲਾ ਦਿੰਦੇ ਜਾਂ ਰਾਸ਼ਟਰਪਤੀ ਬਣਾ ਦਿੰਦੇ ਆ। ਤੇ ਫਿਰ ਤੁਸੀਂ ਲੱਗੋ ਵੀ ਇਹਨਾਂ ਦੇ ਵਾਸਤੇ ਕੋਈ ਨਾ ਕੋਈ ਹੱਦ ਚਾਹੀਦੀ ਹੈ ਨਾ। ਚਲੋ, ਚਾਹੇ ਆਪਾਂ ਜੇ ਮੰਨ ਲਓ ਕਿੱਥੇ ਲਕੀਰ ਖਿੱਚੀਏ ਸ਼ੀਨਾ ਸਾਹਿਬ, ਕਿਹੜੀ ਉਮਰ ਤੇ ਲਕੀਰ ਖਿੱਚੀਏ? ਮਤਲਬ ਚਾਹੀਦੇ ਜੇ 75 ਜਾਂ ਮਤਲਬ ਇਸ ਤੋਂ ਵੱਧ ਮਤਲਬ ਚਾਹੀਦੇ, ਕਿਉਂਕਿ ਉਹਨਾਂ ਨੂੰ ਮੁੜ ਕੇ ਰੈਸਟ ਵੀ ਦਿਓ ਕਰਨਾ, ਜੇ ਕਮ ਸੇ ਕਮ ਉਹਨਾਂ ਨੂੰ ਉਹਨਾਂ ਦਾ ਜਿਹੜਾ ਦਿਮਾਗ ਹੈ ਕੋਈ ਥੋੜਾ ਰੈਸਟ ਵੀ ਕਰੇ ਨਾ। ਉਹ ਉਤਰਾ ਚੱਲ ਜਾਂਦੇ ਨੇ ਮਤਲਬ ਸੰਸਾਰ ਤੇ ਆਉਂਦੇ ਹੀ ਬਾਦਲ ਵਰਗੇ ਨੇ, ਉਹ ਮਤਲਬ ਜਾਂ ਉਹ ਇਸ ਤਰ੍ਹਾਂ ਗਏ। ਹੁਣ ਮਤਲਬ 90 ਸਾਲ ਦੀ ਉਮਰ ਹੈਗੀ ਆ ਮਨਮੋਹਨ ਸਿੰਘ ਹੋਣਾ ਦੀ, ਔਰ ਵੀਲ ਚੇਅਰ ਦੇ ਉੱਤੇ ਬੈਠੇ ਆ, ਤੇ ਵੀਲ ਚੇਅਰ ਤੇ ਰਾਜਪਾਲ ਜਾਣ ਡਿਆ। ਮੈਂ ਹੁਣ ਉਹਨਾਂ ਦੀ ਫੋਟੋ ਵੇਖੀ ਆ, ਮਤਲਬ ਕਾਫੀ ਬਜ਼ੁਰਗ ਹੋ ਚੁੱਕੇ ਆ ਜੀ, ਤੇ ਉਹਨਾਂ ਨੂੰ ਚਾਹੀਦਾ ਕਿ ਮਤਲਬ ਰੈਸਟ ਕਰਨ, ਕੋਈ ਮਤਲਬ 2-4 ਸਾਲ ਆਪਣੇ ਮਤਲਬ ਦਿਮਾਗ ਨੂੰ ਰੈਸਟ ਦੇਣ। ਮਿਹਰਬਾਨੀ ਸ਼ੀਨਾ ਸਾਹਿਬ। 75 ਸ਼ੀਨਾ ਸਾਹਿਬ ਦੀ ਖਿਆਲ ਹੈ ਕਿ 75 ਏਜ ਲਿਮਿਟ ਹੋਣੀ ਚਾਹੀਦੀ ਹੈ। ਮੀਨਵਾਈਲ ਕਾਫੀ ਸੱਜਣ ਫੇਸਬੁੱਕ ਤੇ ਵੀ ਜੁੜ ਗਏ ਨੇ। ਥੈਂਕ ਯੂ ਭਾਈ ਸਾਹਿਬ। ਕੁਲਵਿੰਦਰ ਸਿੰਘ ਸਰਾਏ ਕਹਿ ਰਹੇ ਨੇ ਕਿ ਬਾਦਲ ਜਹਾਨੋਂ ਚਲੇ ਗਏ ਲੇਕਿਨ ਪਿੱਛੇ ਬਹੁਤ ਨਫ਼ਰਤ ਛੱਡ ਕੇ ਗਏ। ਜਸਵਿੰਦਰ ਸਿੰਘ ਕਹਿ ਰਹੇ ਨੇ ਰਿਟਾਇਰਮੈਂਟ ਦੀ ਉਮਰ 65 ਸਾਲ ਚਾਹੀਦੀ ਹੈ ਔਰ ਡੋਪ ਟੈਸਟ ਵੀ ਬਹੁਤ ਜ਼ਰੂਰੀ ਹੈ, ਉਹਨਾਂ ਦਾ ਖਿਆਲ ਹੈ। ਕੁਲਵਿੰਦਰ ਸਿੰਘ ਸਰਾਏ ਕਹਿ ਰਹੇ ਨੇ ਕਿੰਨੀ ਦੇਰ ਬਾਦਲ ਨਾਮ ਦਾ ਛਣਕਣਾ ਵਜਾ ਕੇ ਪੰਜਾਬ ਦੇ ਅਸਲ ਮੁੱਦੇ ਲੁਕੇ ਰਹਿਣਗੇ। 100 ਕਿੱਲੇ ਜ਼ਮੀਨ ਦਾ ਮੁੱਦਾ ਹੈ ਧਾਲੀਵਾਲ ਤੇ ਕਟਾਰੂ ਚੱਕ ਦਾ। ਨਸ਼ੇ ਨਾਲ ਸਾਲ 'ਚ ਮਰੇ 276 ਨੌਜਵਾਨ ਤੇ ਰਾਘਵ ਚੱਡਾ ਵੱਲੋਂ ਕੀਤੇ ਜਾਲੀ ਸਾਈਨ ਮੁੱਦਾ ਹਨ, ਪਰ ਬਾਦਲ ਹੀ ਵੱਡਾ ਮੁੱਦਾ ਬਣਿਆ ਹੋਇਆ ਹੈ। ਕੁਲਵਿੰਦਰ ਸਿੰਘ ਸਰਾਏ ਨੇ ਅੱਜ ਕੱਲ੍ਹ ਦੀ ਸਰਕਾਰ ਦੇ ਬਾਰੇ ਟਿੱਪਣੀ ਕੀਤੀ ਹੈ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਟਾਈਮ ਲਿਮਿਟ ਹੋਣੀ ਚਾਹੀਦੀ ਹੈ। ਸ਼ਾਇਦ ਉਹ ਬਾਹਰਲਾ ਉਦਾਹਰਨ ਦੇ ਰਹੇ ਨੇ, ਜਿਵੇਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਦੋ ਟੈਨਿਓਰ ਫਿਕਸ ਹੋਈਆਂ ਵਾ। ਤੇ ਸਤਨਾਮ ਸਿੰਘ ਧਾਮੀ ਦਾ ਵਿਚਾਰ ਹੈ ਕਿ ਜੇ ਟੈਨਿਓਰ ਫਿਕਸ ਹੋ ਜਾਏ ਮੁੱਖ ਮੰਤਰੀ ਦੀ ਤੇ ਪ੍ਰਧਾਨ ਮੰਤਰੀ ਦੀ, ਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਕਾਰਗੁਜ਼ਾਰੀ ਆ ਉਹ ਹੋਰ ਬਿਹਤਰ ਹੋ ਜਾਏਗੀ ਔਰ ਲੋਕੀ ਉਹਨਾਂ ਨੂੰ ਇਤਿਹਾਸ ਦੇ ਵਿੱਚ ਵੀ ਯਾਦ ਰੱਖਣਗੇ। ਰਜਿੰਦਰਜੀਤ ਸਿੰਘ ਸੀਰਾ ਵੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਸਵਾਗਤ ਹੈ ਉਹਨਾਂ ਦਾ।
ਮਿਸਕੀ ਗੁਪਤਾ ਦਾ ਵਿਚਾਰ ਹੈ ਕਿ ਅਸ਼ੋਕ ਗਹਿਲੋਤ ਜੀ ਨੇ ਕਿਹਾ ਹੈ ਕਿ ਮੈਂ ਤਾਂ ਕੁਰਸੀ ਛੱਡਣ ਦੀ ਕੋਸ਼ਿਸ਼ ਕਰਦਾ ਹਾਂ ਪਰੰਤੂ ਕੁਰਸੀ ਮੈਨੂੰ ਛੱਡਦੀ ਨਹੀਂ। ਬਹੁਤ ਇੰਟਰਸਟਿੰਗ। ਹੋਰ ਵੀ ਕੁਝ ਕਮੈਂਟਸ ਆਏ ਸੀ, ਮੈਂ ਉਹ ਪੜ੍ਹ ਨਹੀਂ ਸਕਿਆ, ਮੇਰੇ ਕੰਪਿਊਟਰ ਦੇ ਨੀਚੇ ਚਲੇ ਗਏ ਆ, ਸੋ ਇਸ ਵੇਲੇ ਮੇਰੇ ਸਾਹਮਣੇ ਨਹੀਂ। ਜਿਹੜੇ ਸੱਜਣਾ ਦੇ ਕਮੈਂਟਸ ਮੈਂ ਪੜ੍ਹ ਨਹੀਂ ਸਕਿਆ, ਮੇਰੀ ਗੁਜ਼ਾਰਿਸ਼ ਹੈ ਕਿ ਰਿਪੀਟ ਕਰ ਦੇਣ। ਜਦੋਂ ਕਮੈਂਟਸ ਉੱਤੇ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਪੜ੍ਹ ਸਕਦਾ, ਨੀਚੋਂ ਉਹਨਾਂ ਨੂੰ ਰਿਕਵਰ ਕਰਨਾ ਥੋੜ੍ਹਾ ਜਿਹਾ ਲਾਈਵ ਸ਼ੋਅ ਦੇ ਵਿੱਚ ਮੁਸ਼ਕਿਲ ਹੋ ਜਾਂਦਾ। ਇੱਕ ਕਾਲ ਹੋਰ ਲੈ ਕੇ ਫਿਰ ਮੈਂ ਛੋਟੀ ਜੀ ਬ੍ਰੇਕ ਲਊਂਗਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਭਾਈ ਸਾਹਿਬ, ਔਨ 에ਅਰ ਜੇ ਤੁਸੀਂ? ਹੈਲੋ, ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ? ਹਾਂ ਸੰਦਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਫਲਾਈਂਗ ਅਫਸਰ ਮੇਜਰ ਸਿੰਘ ਬੋਲ ਰਿਹਾ। ਜੀ ਮੇਜਰ ਸਿੰਘ ਜੀ, ਦੱਸੋ ਅੱਜ ਵਾਲੇ ਮਸਲੇ ਤੇ ਕੀ ਕਹੋਗੇ ਕਿ ਸਿਆਸੀ ਲੀਡਰਾਂ ਦੀ ਕੋਈ ਰਿਟਾਇਰਮੈਂਟ ਏਜ ਹੋਣੀ ਚਾਹੀਦੀ ਆ? ਜਿਵੇਂ 에ਅਰਫੋਰਸ ਆਰਮੀ ਨੇਵੀ ਦੇ ਵਿੱਚ ਤੇ ਬਹੁਤ ਅਰਲੀ ਰਿਟਾਇਰਮੈਂਟ ਏਜ ਹੁੰਦੀ ਹੈ ਜੀ। ਹਾਂਜੀ ਸੰਦਰ ਸਾਹਿਬ, ਮੇਰਾ ਉਹੀ ਹੈ ਤੁਹਾਨੂੰ ਕਹਿਣਾ ਵੀ ਜਿੱਦਾਂ ਸਾਰੇ ਆ ਇਸ ਤਰ੍ਹਾਂ ਜੀ ਇਹਨਾਂ ਦੇ ਵੀ ਘੱਟੋ ਘੱਟ ਏਜ ਤੇ ਕੁਆਲੀਫਿਕੇਸ਼ਨ ਜ਼ਰੂਰ ਫਿਕਸ ਹੋਣੀ ਚਾਹੀਦੀ ਆ। ਸ਼ੋਰ ਐਟਲੀ ਘੱਟੋ ਘੱਟ ਏਜ ਇਹਨਾਂ ਦੀ ਨਾਟ ਮੋਰ ਦੈਨ 70 ਓਕੇ, ਔਰ ਕੁਆਲੀਫਿਕੇਸ਼ਨ ਘੱਟੋ ਘੱਟ BA ਹੋਣੀ ਚਾਹੀਦੀ ਆ। ਠੀਕ ਹੈ ਜੀ। ਹਾਂਜੀ, ਲੈਟ ਯੂ ਓਨਲੀ ਮਾਈ ਥੈਂਕ ਯੂ। ਬਹੁਤ ਮਿਹਰਬਾਨੀ, ਥੈਂਕ ਯੂ। ਇਹ ਸਨ ਫਲਾਈਂਗ ਆਫਿਸਰ ਮੇਜਰ ਸਿੰਘ, ਕਿਉਂਕਿ ਉਹਨਾਂ ਨੇ ਸ਼ਾਰਟ ਗੱਲ ਕੀਤੀ ਹੈ। ਮੈਂ ਇੱਕ ਹੋਰ ਕਾਲ ਲੈ ਲੂੰਗਾ ਫਿਰ ਮੈਂ ਬ੍ਰੇਕ ਲੂੰਗਾ। ਹੈਲੋ ਹਾਂਜੀ ਭਾਈ ਸਾਹਿਬ। ਹੈਲੋ, ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਚਰਨ ਸਿੰਘ ਪ੍ਰੇਮਪੁਰਾ। ਹਾਂਜੀ ਪ੍ਰੇਮਪੁਰਾ ਜੀ ਪ੍ਰੇਮਪੁਰਾ ਜੀ। ਅੱਜ ਬਹੁਤ ਵਧੀਆ ਟੌਪਿਕ ਲੈ ਕੇ ਆਏ ਤੁਸੀਂ। ਉਹ ਮੈਂ ਇਸ ਕਰਕੇ ਲਿਆਂਦਾ ਪ੍ਰੇਮਪੁਰਾ ਜੀ ਕਿਉਂਕਿ ਮੈਂ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਵੇਖੀ ਆ ਟੀਵੀ ਤੇ ਜਦੋਂ ਉਹਨਾਂ ਨੂੰ ਵੀਲ ਚੇਅਰ 'ਚ ਲੈ ਕੇ ਆਂਦਾ ਸੀ, ਔਰ ਮੈਨੂੰ ਤਰਸ ਜਿਹਾ ਵੀ ਆਇਆ ਉਹਨਾਂ ਦੇ ਉੱਪਰ, ਪਿਆ ਵਿਚਾਰਿਆਂ ਨੂੰ ਕਿਉਂ ਕਿ ਸਿੱਟੀ ਫਿਰਦੇ ਇਸ ਉਮਰ ਦੇ ਵਿੱਚ। ਹਾਂਜੀ, ਇਹ ਪਾਰਟੀਆਂ ਆਪਣੇ ਫਾਇਦੇ ਵਾਸਤੇ ਉਹਨੂੰ ਵਿਚਾਰੇ ਨੂੰ ਕੋਈ ਫਿਰਦੇ ਨੇ। ਦੂਸਰਾ, ਇੰਨਾ ਹੀ ਕਾਨੂੰਨ ਬਣਾਉਣਾ ਨਾ ਐਮਪੀਆਂ ਨੇ, ਆਪਣੇ ਤੇ ਕਾਨੂੰਨ ਕਿੱਦਾਂ ਬਣਾਉਣਗੇ? ਪਬਲਿਕ ਵਾਸਤੇ ਕਾਨੂੰਨ ਹੈਗੇ ਨੇ, ਜੋ ਕੋਈ ਗਵਰਨਮੈਂਟ ਦੀ ਸਰਵਿਸ ਕਰਦਾ ਉਹਦੇ ਵਾਸਤੇ ਹੈਗੇ ਨੇ। ਤੇ ਉਹ ਕਹਾਵਤ ਬਣੀ, ਰਾਣੀ ਨੂੰ ਕੌਣ ਆਖੇ ਅੱਗਾ ਢਾਕੇ, ਇਹਨਾਂ ਨੂੰ ਕੌਣ ਸਿਖਾ ਦੇ? ਪਰ ਤੁਹਾਨੂੰ ਨਹੀਂ ਲੱਗਦਾ ਡਾਕਟਰ ਮਨਮੋਹਨ ਸਿੰਘ ਵਰਗੇ ਸ਼ਖਸੀਅਤ ਜਿਹੜੇ ਨੇ, ਬੜੀ ਉੱਗੀ ਸ਼ਖਸੀਅਤ ਹੈ ਉਹਨਾਂ ਦੀ, ਉਹਨਾਂ ਨੂੰ ਆਪ ਹੀ ਕਹਿਣਾ ਚਾਹੀਦਾ ਜੀ ਮੈਨੂੰ ਰਿਟਾਇਰਮੈਂਟ ਲੈਣ ਦਿਓ, ਮੈਂ ਨਹੀਂ ਅਗਲੀ ਇਲੈਕਸ਼ਨ ਲੜਨੀ। ਹਾਂਜੀ, ਜਿੰਨੇ ਉਹ ਸੂਝਵਾਨ ਨੇ ਨਾ, ਦਲਦਲ ਦੇ ਜੋ ਆਪ ਹੀ ਬਾਹਰ ਰਹਿਣ ਦੇ, ਉਹਦੇ ਚ ਫਾਇਦਾ ਉਹਨਾਂ ਨੂੰ ਆਪਾਂ ਆਪ ਸੋਚਣਾ ਚਾਹੀਦਾ। ਬਾਕੀ ਇਹਨਾਂ ਨੇ ਇਹ ਕਰਨਾ ਨਹੀਂ। ਪਬਲਿਕ ਤੇ ਅਸੀਂ ਵੇਖ ਰਹੇ ਹਾਂ, ਸਾਰਿਆਂ ਦੇ ਸੁਝਾਅ ਆ ਰਹੇ ਨੇ ਵੀ 70-75 ਦੀ ਏਜ ਹੋਣੀ ਚਾਹੀਦੀ, ਪਰ ਇਹਨਾਂ ਨੂੰ ਕਵੇ ਕੌਣ? ਥੈਂਕ ਯੂ ਪ੍ਰੇਮਪੁਰਾ ਜੀ, ਥੈਂਕ ਯੂ। ਆਲਮੋਸਟ ਹੁਣ ਤੱਕ ਸਾਰੇ ਕਾਲਰਸ ਜਿੰਨੇ ਨੇ ਔਰ ਸਾਰੇ ਕਮੈਂਟਸ ਜਿਹੜੇ ਫੇਸਬੁੱਕ ਤੇ ਆਏ ਨੇ, ਸਾਰਿਆਂ ਨੇ ਕਿਹਾ ਕਿ ਇੱਕ ਏਜ ਲਿਮਿਟ ਫਿਕਸ ਹੋਣੀ ਚਾਹੀਦੀ ਹੈ। ਕਿਸੇ ਨੇ 70 ਸਾਲ ਕਿਹਾ, ਕਿਸੇ ਨੇ 75 ਕਿਹਾ, ਵੱਧ ਤੋਂ ਵੱਧ ਕਿਸੇ ਨੇ 80 ਸਾਲ ਕਿਹਾ। ਸੋ ਇਹ ਬਿਲਕੁਲ ਇਸ ਚੀਜ਼ ਨਾਲ ਮੇਰੇ ਖਿਆਲ ਸਾਰੇ ਸਹਿਮਤ ਆ ਕਿ ਇੱਕ ਏਜ ਲਿਮਿਟ ਸਿਆਸਤ ਦੇ ਵਿੱਚ ਵੀ ਹੋਣੀ ਚਾਹੀਦੀ ਆ। ਜੇ ਕਾਨੂੰਨਨ ਕੋਈ ਉਮਰ ਨਹੀਂ ਫਿਕਸ ਹੋਈ ਤੇ ਮੇਰੇ ਖਿਆਲ ਨੈਤਿਕ ਤੌਰ ਤੇ ਲੋਕਾਂ ਨੂੰ ਆਪਣੇ ਆਪ ਹੀ ਇੱਕ ਉਮਰ ਤੋਂ ਬਾਅਦ ਪਾਸੇ ਹੋ ਜਾਣਾ ਚਾਹੀਦਾ, ਤਾਂ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਅੱਗੇ ਆ ਸਕੇ। ਨਵੇਂ ਆਈਡੀਆਜ਼ ਨੇ, ਨਵੇਂ ਉਹਨਾਂ ਦੇ ਵਿਚਾਰ ਨੇ ਜਿਨ੍ਹਾਂ ਨੂੰ ਉਹ ਲਾਗੂ ਕਰ ਸਕਣ। ਹਰਦੀਪ ਸਿੰਘ ਸੋਢੀ ਔਰ ਖਰੇਤੀ ਲਾਲ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਪਰ ਮੈਂ ਇੱਥੇ ਰੋਕ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅੱਜ ਵਾਲੇ ਮਸਲੇ ਤੇ ਸਿਆਸੀ ਲੀਡਰਾਂ ਦੀ ਕੀ ਕੋਈ ਰਿਟਾਇਰਮੈਂਟ ਏਜ ਹੋਣੀ ਚਾਹੀਦੀ ਹੈ, ਕੀ ਉਹਨਾਂ ਨੂੰ ਇੱਕ ਉਮਰ ਤੋਂ ਬਾਅਦ ਸਿਆਸਤ ਤੋਂ ਪਾਸੇ ਹਟ ਜਾਣਾ ਚਾਹੀਦਾ, ਇਹਦੇ ਤੇ ਆਪਾਂ ਬਾਕੀ ਕਾਲਸ ਵੀ ਲਵਾਂਗੇ, ਫੇਸਬੁੱਕ ਦੇ ਕਮੈਂਟਸ ਵੀ ਸ਼ੇਅਰ ਕਰਾਂਗੇ। ਇਸ ਮਸਲੇ ਉੱਪਰ ਕਾਫੀ ਕਮੈਂਟ ਸਾਡੇ ਫੇਸਬੁੱਕ ਤੇ ਵੀ ਆਏ ਨੇ। ਰਜਿੰਦਰਜੀਤ ਸਿੰਘ ਸੀਰਾ ਦਾ ਵਿਚਾਰ ਆ ਕਿ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੋਣੀ ਚਾਹੀਦੀ, ਲੇਕਿਨ 55 ਸਾਲ ਦੀ ਉਮਰ ਤੋਂ ਬਾਅਦ ਇੱਕ ਰੀਗਰੈਸ ਮੈਂਡੇਟਰੀ ਕੰਪੈਟੀਟਿਵ ਟੈਸਟ ਜਿਹੜਾ ਵਾ ਉਹ ਹੋਣਾ ਚਾਹੀਦਾ ਵਾ, ਅਦਰਵਾਈਜ਼ ਕੋਈ ਰਿਟਾਇਰਮੈਂਟ ਏਜ ਦੀ ਲੋੜ ਨਹੀਂ। ਦਵਿੰਦਰ ਲੋਪੋਂ ਤੇ ਪ੍ਰਗਟ ਬਲ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਅੰਮ੍ਰਿਤਪਾਲ ਸਿੰਘ ਔਲਖ ਫੇਸਬੁੱਕ ਤੇ ਕਹਿ ਰਹੇ ਨੇ ਕਿ ਭਾਰਤ ਦੀ ਰਾਜਨੀਤੀ 'ਚ ਪਰਿਵਾਰਵਾਦ ਭਾਰੂ ਹੈ, ਜਿਸ ਕਰਕੇ ਨੌਜਵਾਨਾਂ ਦੀ ਰਾਜਨੀਤੀ 'ਚ ਰੁਚੀ ਕਾਫੀ ਘੱਟ ਆ। ਕਾਲਜਾਂ 'ਚ ਵੀ ਹੁਣ ਇਲੈਕਸ਼ਨਾਂ ਘੱਟ ਹੁੰਦੀਆਂ ਵਾ, ਪਰ ਮੁਲਾਜ਼ਮਾਂ ਦੀ ਤਰ੍ਹਾਂ ਰਾਜਨੀਤੀ 'ਚ ਵੀ ਰਿਟਾਇਰਮੈਂਟ ਏਜ ਜ਼ਰੂਰ ਹੋਣੀ ਚਾਹੀਦੀ ਹੈ, ਇਹ ਉਹਨਾਂ ਦਾ ਵਿਚਾਰ ਆ। ਮਨਜੀਤ ਸੁਰਖਾ ਕਹਿ ਰਹੇ ਨੇ ਵੈਸੇ ਉਮਰ ਤੋਂ ਪਹਿਲਾਂ ਤਾਂ ਪੜ੍ਹਾਈ ਕ੍ਰਿਮੀਨਲ ਕੇਸ ਦੇਖਣੇ ਚਾਹੀਦੇ ਹਨ, ਉਮਰ ਨਾਲੋਂ ਉਹਨਾਂ 'ਤੇ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ ਜਾਂ ਉਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇਖਣੀ ਚਾਹੀਦੀ ਹੈ। ਇਹ ਮਨਜੀਤ ਸੁਰਖਾ ਦਾ ਵਿਚਾਰ ਆ।
ਮਿਸਕੀ ਗੁਪਤਾ ਦਾ ਵਿਚਾਰ ਹੈ ਕਿ ਮਾਫੀ ਸਹਿਤ ਸਾਬਕਾ ਉੱਘੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਜੀ ਨੂੰ ਘਸੀਟਣ ਵਰਗੇ ਸ਼ਬਦ ਵਰਤਿਆ ਜਾਣਾ ਗਲਤ ਹੈ। ਇਹ ਮਿਸਕੀ ਗੁਪਤਾ ਦਾ ਵਿਚਾਰ ਹੈ। ਮਿਸਕੀ ਗੁਪਤਾ ਜੀ, ਚਲੋ ਤੁਸੀਂ ਕਿਹਾ ਵਾ ਕਿ ਘਸੀਟਣਾ ਵਰਤਣਾ ਨਹੀਂ ਚਾਹੀਦਾ, ਲੇਕਿਨ ਜੋ ਉਹਨਾਂ ਨਾਲ ਹੋ ਰਿਹਾ ਵਾ ਉਹ ਘਸੀਟਣ ਬਰਾਬਰ ਹੀ ਹੈ। ਤੁਸੀਂ ਵੇਖ ਲਓ ਕਿਹੜੀ ਹਾਲਤ ਦੇ ਵਿੱਚ ਉਹ ਲੋਕ ਸਭਾ ਦੇ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਦੇਖੇ ਗਏ ਨੇ। ਰਜਿੰਦਰਪਾਲ ਸਿੰਘ ਕੋਈ ਸਕੋਪ ਹੈ ਨਹੀਂ ਕਹਿੰਦੇ ਇਹੋ ਜਿਹੀ ਬਿੱਲ ਪਾਸ ਹੋਣ ਦੀ ਵੀ ਏਜ ਲਿਮਿਟ ਹੋਵੇ, ਕਿਉਂਕਿ ਇਹ ਸਾਰੇ ਸਿਆਸੀ ਲੀਡਰ ਜਿਹੜੇ ਨੇ ਇਹ ਸੱਤਾ ਦੇ ਭੁੱਖੇ ਨੇ। ਸੋ ਸ਼ਾਇਦ ਨੈਤਿਕ ਤੌਰ 'ਤੇ ਮੇਰੇ ਖਿਆਲ ਬਿਹਤਰ ਹੋਊਗਾ ਕਿ ਇਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਵਾ। ਇੱਕ ਸੱਜਣ ਸਾਡੇ ਨਾਲ ਕਾਫੀ ਦੇਰ ਤੋਂ ਹੋਲਡ ਕਰ ਰਹੇ ਨੇ, ਮੈਂ ਉਹਨਾਂ ਦੀ ਕਾਲ ਲੈ ਰਿਹਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਦੀਪ ਸਿੰਘ ਸੋਢੀ ਸਾਹਿਬ, ਸੌਰੀ ਤੁਹਾਨੂੰ ਹੋਲਡ ਕਰਾਇਆ ਕਾਫੀ ਦੇਰ ਤੋਂ। ਨਹੀਂ ਜੀ ਨਹੀਂ, ਕੋਈ ਨਹੀਂ। ਹਾਂਜੀ, ਦੱਸੋ ਅੱਜ ਵਾਲੇ ਇਸ਼ੂ ਤੇ ਕੀ ਕਹੋਗੇ? ਆਦਾ ਤੁਸੀਂ ਕਾਲ ਲੈ ਲਈ। ਵੇਖੋ ਜੀ, ਗੱਲ ਇਹ ਆ ਵੀ ਵਿਸ਼ਾ ਤੁਹਾਡਾ ਬਹੁਤ ਵਧੀਆ ਵਾ ਜੀ, ਔਰ ਜ਼ਰੂਰੀ ਵੀ ਆ, ਗੌਰ ਮੰਗਦਾ, ਤਵੱਕੋ ਮੰਗਦਾ, ਪਰ ਗੱਲ ਇਹ ਆ ਵੀ ਇਹ ਇੱਕ ਵਿਸ਼ਾ ਨਹੀਂ ਐਸਾ। ਇਹ ਤੇ ਮਤਲਬ ਮੁੱਦਿਆਂ ਨਾਲ ਭਰਿਆ ਪਿਆ ਵਾ ਇੰਡੀਆ ਦਾ, ਮਤਲਬ ਕੰਸਟੀਟਿਊਸ਼ਨ। ਸ਼ੋਰ। ਤੇ ਬਹੁਤ ਕੁਝ ਐਸਾ ਵਾ ਜਿਹੜਾ ਉਦੋਂ ਆਪਾਂ ਨਵੇਂ ਦੇਸ਼ ਆਜ਼ਾਦ ਹੋਇਆ ਸੀ। ਆਜ਼ਾਦ ਕੀ ਹੋਇਆ ਸੀ ਵੀ ਦੇਸ਼ ਦਾ ਜਨਮ ਹੋਇਆ ਸੀ ਉਦੋਂ। ਉਸ ਤੋਂ ਪਹਿਲਾਂ ਤਾਂ ਕਦੀ ਇੰਨਾ ਵੱਡਾ ਦੇਸ਼ ਹੈ ਹੀ ਨਹੀਂ ਸੀ। ਉਹ ਤੇ ਅੰਗਰੇਜ਼ਾਂ ਨੇ ਵੀ ਜਦੋਂ ਕਾਇਮ ਕੀਤਾ ਸੀ 700 ਕਿੰਨੀਆਂ ਰਿਆਸਤਾਂ ਤੇ ਕਬਜ਼ਾ ਕੀਤਾ ਸੀ। ਸਾਡੇ ਦੇਸ਼ ਨੇ ਸੰਵਿਧਾਨ ਹੀ ਉਦੋਂ ਵੇਖਿਆ ਸੀ। ਪਹਿਲਾਂ ਤਾਂ ਆਪਾਂ ਰਾਜਿਆਂ ਰੂਜਿਆਂ ਦੇ ਥੱਲੇ, ਮਿਸਲਾਂ ਦੇ ਥੱਲੇ, ਆ ਜਿਹੜੀਆਂ ਰਿਆਸਤਾਂ ਦੇ ਥੱਲੇ ਸਾਂ ਜੀ। ਤੇ ਸਾਨੂੰ 10-20 ਸਾਲਾਂ ਬਾਅਦ, 15 ਸਾਲਾਂ ਬਾਅਦ ਸੰਵਿਧਾਨ ਦੁਬਾਰਾ ਲਿਖ ਲੈਣਾ ਚਾਹੀਦਾ ਸੀ। ਸ਼ੋਰ। ਤੇ ਉਹ ਨਹੀਂ ਲਿਖਿਆ ਤੇ ਉਹਦੀਆਂ ਊਣਤਾਈਆਂ ਹੁਣ ਇਹ ਸਾਡੀਆਂ ਨਾਲ ਹੀ ਸਾਡੇ ਘੜੀਸੀ ਜਾਂਦੀਆਂ ਪਈਆਂ। ਸਹੀ ਗੱਲ ਹੈ। ਤੇ ਇਹ ਸਿਰਫ ਇੱਕ ਸਰਦਾਰ ਮਨਮੋਹਨ ਸਿੰਘ ਦੇ ਵੀਲ ਚੇਅਰ ਤੇ ਜਾਣ ਵਾਲੀ ਗੱਲ ਨਹੀਂ, ਮਸਲੇ ਹੋਰ ਵੀ ਬਹੁਤ ਸਾਰੇ ਹੈਗੇ। ਮੈਂ ਸੋਢੀ ਸਾਹਿਬ ਮੰਨਦਾ ਵਾਂ, ਸਿਰਫ ਡਾਕਟਰ ਮਨਮੋਹਨ ਸਿੰਘ ਦਾ ਤੇ ਇੱਕ ਇਸ਼ੂ ਇਸ ਕਰਕੇ ਬਣਿਆ ਵੀ ਤਾਜ਼ਾ ਉਹਨਾਂ ਨੂੰ ਦੇਖਿਆ ਗਿਆ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪੇਈ ਵੀ ਵੀਲ ਚੇਅਰ ਤੇ ਆਏ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਫੜ ਕੇ ਲਿਆਉਣਾ ਪੈਂਦਾ ਸੀ, ਔਰ ਹੋਰ ਵੀ ਬਹੁਤ ਸਾਰੇ ਉਦਾਹਰਨ ਨੇ। ਬਿਲਕੁਲ ਇਹੀ ਗੱਲ ਮੈਂ ਕਹਿਣ ਲੱਗਾ ਸੀ ਵੀ ਮਤਲਬ ਪ੍ਰਕਾਸ਼ ਸਿੰਘ ਬਾਦਲ ਦੀ ਉਸ ਵੇਲੇ ਜਿਸ ਤਰ੍ਹਾਂ ਉਹ 2002 ਵਾਲੀ ਇਲੈਕਸ਼ਨ ਦੇ ਵਿੱਚ ਜਦੋਂ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਸਲਿੱਪ ਕਰਕੇ ਡਿੱਗੇ, ਚੂਲਾ ਟੁੱਟਾ, ਉਸ ਵੇਲੇ ਉਹਨਾਂ ਦੀ ਉਮਰ 64 ਸਾਲ ਸੀ ਜੀ। 74 ਸਾਲ ਸੀ ਜੀ। ਤੇ ਮੇਰਾ ਖਿਆਲ ਹੈ ਵੀ ਜਦੋਂ ਉਹਨਾਂ ਨੇ ਮੁੜ ਕੇ ਪਤਾ ਨਹੀਂ ਕਿੰਨੇ ਉਸ ਟਾਈਮ ਤੇ 70 ਲੱਖ ਰੁਪਈਆ ਲਾ ਕੇ ਲਿਫਟ ਵਾਲੀ ਉਹਨਾਂ ਨੇ ਗੱਡੀ ਰਾਤੋਂ ਰਾਤ ਤਿਆਰ ਕਰਾਈ ਸੀ। ਰਾਜ ਮਾਜਦਾ ਦੀ ਗੱਡੀ ਸੀ, ਉਹਦੇ 'ਚ ਲਿਫਟ ਪੰਪ ਲੱਗਾ, ਫਿਰ ਲਿਫਟ ਦੇ ਅੱਗੇ ਕੁਰਸੀ ਲੱਗੀ, ਵੇ ਉਸ ਕੁਰਸੀ ਤੇ ਬਹਾ ਕੇ ਏਦਾਂ ਹੀ ਲਿਫਟ ਚੁੱਕ ਕੇ ਉਹਨੂੰ ਗੱਡੀ 'ਚ ਵਾੜ ਦਿੰਦੇ ਸੀ। ਉਦਾਂ ਹੀ ਇਹਨਾਂ ਨੂੰ ਉਦੋਂ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਸੀ, ਹਨਾ। ਉਹ ਇਹਨੂੰ ਛੱਡਦਾ ਕੌਣ ਹੈ? ਹੁਣ ਇੱਕ ਮੈਂ ਤਾਂ ਲਾਅ ਦੀ ਹੋਰ ਗੱਲ ਦੱਸਾਂ ਜੀ। ਮਨੀਪੁਰ ਦੇ ਵਿੱਚ ਬਹੁਤ ਮਤਲਬ ਮਾੜਾ ਹੋਇਆ, ਮੈਂ ਨਹੀਂ ਕਹਿੰਦਾ ਠੀਕ ਹੋਇਆ, ਬਹੁਤ ਮਾੜਾ ਹੋਇਆ ਜੀ ਜੀ। ਤਾਂ ਇੰਡੀਆ ਦੇ ਵਿੱਚ 30 ਸਟੇਟਾਂ ਨੇ ਜੀ। ਸਾਊਥ ਦੀਆਂ ਜਿਹੜੀਆਂ ਸਟੇਟਾਂ ਉਹ ਭਰੀਆਂ ਪਈਆਂ, ਕਰਨਾਟਕਾ, ਕੇਰਲਾ ਵਗੈਰਾ ਵਗੈਰਾ, ਇਹਨੀਆਂ ਕ੍ਰਿਸਚੀਅਨ ਦੀਆਂ। ਉਹਨਾਂ ਨੇ ਕਿਸੇ ਨੇ ਉਹਨਾਂ ਦੀ ਮਨੀਪੁਰ ਵਾਲਿਆਂ ਦੀ ਫੇਵਰ ਦੇ ਵਿੱਚ ਬੰਦ ਦੀ ਕਾਲ ਨਹੀਂ ਦਿੱਤੀ, ਤੇ ਪੰਜਾਬ 'ਚ ਗੱਲ ਬੰਦ ਦੀ ਕਾਲ ਆ। ਮਤਲਬ ਮੈਂ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ, ਮੈਂ ਅਮਰੀਕਾ ਬੈਠਾ, ਮੈਨੂੰ ਕੋਈ ਆਈ ਹੈਵ ਨੋ ਆਬਜੈਕਸ਼ਨ, ਮੈਨੂੰ ਨਾ ਕੋਈ ਮੇਰਾ ਨੁਕਸਾਨ ਆ ਨਾ ਫਾਇਦਾ। ਲੇਕਿਨ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਤੇ ਜਿਹੜੀਆਂ ਸਟੇਟਾਂ ਦੇ ਵਿੱਚ ਅੱਧਿਓਂ ਬਹੁਤੇ 40% ਕ੍ਰਿਸਚੀਅਨ ਬੈਠੇ ਆ। ਬਿਲਕੁਲ ਠੀਕ ਹੈ ਜੀ। ਜਦੋਂ ਕਿਸੇ ਤੇ ਮੁਸ਼ਕਲ ਆਉਂਦੀ ਆ ਤੇ ਐਟਲੀਸਟ ਉਹਦੀ ਕਮਿਊਨਿਟੀ, ਜੇ ਦੂਸਰੇ ਦਾ ਹੱਥ ਬਾਂਹ ਫੜਦੇ ਤੇ ਬਹੁਤ ਚੰਗੀ ਗੱਲ ਹੈ, ਪਰ ਆਪਣੀ ਕਮਿਊਨਿਟੀ ਨੂੰ ਵੀ ਬਾਂਹ ਫੜਨੀ ਚਾਹੀਦੀ ਹੈ ਨਾ। ਮੈਂ ਇਹੀ ਗੱਲ ਕਹਿਣਾ ਨਾ ਵੀ ਹੁਣ ਪੰਜਾਬ ਗੱਲ ਨੂੰ ਬੰਦਾ ਤੇ ਪੰਜਾਬ ਦੇ ਆਪਣੇ ਹਾਲਾਤ ਕੀ ਨੇ। ਜੇ ਕੱਲ ਨੂੰ ਪੰਜਾਬ ਦੇ ਵਿੱਚ ਮਤਲਬ ਕੱਲ ਨੂੰ ਦੋ ਭਾਈਚਾਰੇ ਰਲ ਪੈਂਦੇ ਔਰ ਨਾਲ ਉਹ ਪਤਾ ਕੀ ਕਹਿੰਦੇ ਆ ਵੀ ਵੇਖੋ ਜੀ, ਜਾਂ ਤੇ ਤੁਸੀਂ ਆਪਣੇ ਆਪ ਬੰਦ ਕਰ ਲਓ, ਤੇ ਜੇ ਬਾਈ ਦੀ ਵੇ ਉਹ ਬੰਦ ਨਾ ਕੀਤਿਆਂ ਕੋਈ ਨੁਕਸਾਨ ਹੋ ਗਿਆ ਤੇ ਫਿਰ ਸਾਡਾ ਦੋਸ਼ ਨਹੀਂ, ਫਿਰ ਪਤਾ ਨਹੀਂ ਕੌਣ ਕਰ ਦੇਗਾ। ਮਤਲਬ ਇੱਕ ਕਿਸਮ ਦਾ ਨਾਲ ਥ੍ਰੈਟ ਵੀ ਦਿੰਦੇ ਪਏ, ਦਬਕਾ ਵੀ ਨਾਲ ਮਾਰਿਆ ਜਾਂਦਾ ਜੀ। ਥੈਂਕ ਯੂ ਸੋਢੀ ਸਾਹਿਬ, ਥੈਂਕ ਯੂ। ਕਿਹੜੀ ਗਵਰਨਮੈਂਟ ਆ ਇਹ? ਕੋਈ ਕਾਨੂੰਨ ਹੈ ਕਿਸੇ ਨੂੰ ਦਬਕਾ ਦੇ ਕੇ ਤੂੰ ਬੰਦ ਕਰੀ? ਓਏ
ਤੇ ਅੱਗ ਲੱਗ ਗਈ ਤੇ ਇਹਨਾਂ ਫਿਰ ਨਾ ਅੱਖੀ ਕੌਣ ਲਾ ਗਿਆ ਆ ਕੋਈ ਗੱਲ ਆ ਸਹੀ ਗੱਲ ਹੈ। ਥੈਂਕ ਯੂ ਸੋਢੀ ਸਾਹਿਬ, ਥੈਂਕ ਯੂ, ਤੁਸੀਂ ਜੁੜੇ, ਬਹੁਤ ਚੰਗੇ ਵਿਚਾਰ ਭਾਈ ਸਾਹਿਬ ਨੇ ਸ਼ੇਅਰ ਕੀਤੇ ਆ। ਮੀਨਵਾਈਲ ਦਵਿੰਦਰ ਲੋਪੋ ਫੇਸਬੁੱਕ ਤੇ ਉੱਪਰ ਕਹਿ ਰਹੇ ਨੇ ਕਿ ਸਾਡੇ ਲੀਡਰ ਇੰਨੇ ਹਰਮਨ ਪਿਆਰੇ ਹੋ ਜਾਂਦੇ ਆ ਕਿ ਘਰ ਲੋਕੀ ਬੈਠਣ ਨਹੀਂ ਦਿੰਦੇ, ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨੂੰ ਇਲੈਕਸ਼ਨ ਲੜਾ ਦਿੰਦੇ ਆ। ਸਤਨਾਮ ਸਿੰਘ ਧਾਮੀ ਦਾ ਵਿਚਾਰ ਆ ਕਿ ਏਜ ਲਿਮਿਟ ਨਾਲੋਂ ਟਰਮ ਲਿਮਿਟ ਹੋਣੀ ਚਾਹੀਦੀ, ਜਿਵੇਂ ਰਾਸ਼ਟਰਪਤੀ ਅਮਰੀਕਾ ਦੀ ਟਰਮ ਲਿਮਿਟ ਆ। ਮੀਨਵਾਈਲ ਰਵਿੰਦਰਜੀਤ ਸਿੰਘ ਪੰਧੇਰ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਇਸ ਵੇਲੇ ਸਵਾਗਤ ਹੈ। ਇਨਫੈਕਟ ਮੈਂ ਬਾਹਰ ਦਾ ਵੀ ਐਗਜ਼ਾਮਪਲ ਦੇਣਾ ਚਾਹੁੰਦਾ ਵਾਂ, ਪਰ ਉਸ ਤੋਂ ਪਹਿਲਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੀ ਮੈਂ ਕਾਲ ਲੈਣੀ ਚਾਹ ਰਿਹਾ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟਪਾਲ ਜੀ। ਪਹਿਲਾਂ ਤਾਂ ਤੁਹਾਨੂੰ ਜੁਰਮਾਨਾ ਲਾਉਣਾ ਜਿਹੜਾ ਤੁਸੀਂ ਕੋਈ ਦਿਨ ਲੱਭੇ ਨਹੀਂ ਜੀ। ਦੇਖੋ ਕੋਈ ਬੁਲਟ ਰਾਕਟ ਵਗੈरह ਕੋਈ ਇੰਟਰੋਡਿਊਸ ਕਰ ਲਓ, ਫਿਰ ਤੇ ਆ ਸਕਦਾ ਉਸੇ ਦਿਨ ਹੀ। ਹੁਣ ਜੇ ਇੰਡੀਆ ਤੋਂ ਅਮਰੀਕਾ ਜਾਂ ਕੈਨੇਡਾ ਆਉਣਾ ਤੇ ਫਿਰ ਉਹ ਲੱਗ ਹੀ ਜਾਂਦੇ ਨਾ 2-3 ਦਿਨ। ਕੋਈ ਸੁਨੇਹਾ ਦਾ ਦੇ ਦਿਆ ਕਰੋ ਮਰੀਜ਼ ਜਿਹੜੇ ਤੁਹਾਡੇ ਦਵਾਈ ਤੋਂ ਬਗੈਰ। ਨਹੀਂ, ਮੈਂ ਅਨਾਉਂਸ ਕੀਤਾ ਸੀ ਜੋ ਦਿਨ ਲਾਸਟ ਡੇ ਸੈਟਰਡੇ ਨੂੰ ਜਿੱਦਣ ਪ੍ਰੋਗਰਾਮ ਕੀਤਾ, ਮੰਡੇ ਨੂੰ ਜਿੱਦਣ ਪ੍ਰੋਗਰਾਮ ਕੀਤਾ ਵਾ, ਮੈਂ ਉਦੋਂ ਅਨਾਉਂਸ ਕੀਤਾ ਸੀ। ਉਧਰ ਬਿਜੀ ਹੀ ਮੈਂ ਵੇਖ ਨਹੀਂ ਸਕਿਆ। ਤੁਸੀਂ ਵੇਖ ਨਹੀਂ ਸਕੇ ਸ਼ਾਇਦ। ਸੌਰੀ ਮੰਗ ਲੈਨੇ ਤੁਹਾਡੇ ਕੋਲ ਜੀ। ਜੀ ਨਹੀਂ ਉਹ ਨਹੀਂ ਗੱਲ, ਪਰ ਬਾਕੀ ਇਹ ਹੁੰਦਾ ਕਿ ਤੁਹਾਨੂੰ ਪਤਾ ਹੀ ਆ ਕਿ ਚੰਡੀਗੜ੍ਹੋਂ ਜਾਂ ਪੰਜਾਬ ਤੋਂ ਪਹਿਲਾਂ ਦਿੱਲੀ ਜਾਣਾ ਪੈਂਦਾ ਵਾ, ਦਿੱਲੀੋਂ ਫਿਰ ਫਲਾਈਟ ਲਈ ਦੀ ਆ, ਸੋ ਲੱਗ ਹੀ ਜਾਂਦਾ ਟਾਈਮ। ਜੀ ਪ੍ਰਗਟ ਜੀ, ਬੜੀ ਖੁਸ਼ੀ ਹੋਈ ਜੀ। ਥੈਂਕ ਯੂ ਭਾਈ ਸਾਹਿਬ। ਪਹਿਲਾਂ ਦੇ ਸਲੂਟ ਜੀ, ਜਿਹੜੇ ਵੋਟਰ ਵੋਟ ਪਾਉਣ ਦੇ ਕਿਸੇ ਵੀ ਵੀਲ ਚੇਅਰ ਤੇ ਜਾਂਦੇ, ਭਾਵੇਂ ਕਿੱਦਾਂ ਵੀ ਜਾਂਦੇ। ਕੱਲ ਦਾ ਦਿਨ ਜਿਹੜਾ ਵੋਟਰ ਦਾ ਹੈਗਾ ਜੀ, ਜਦੋਂ ਆਪਾਂ ਪਿੰਡਾਂ ਦੀ ਇਲੈਕਸ਼ਨ ਲੜਦੇ ਆ ਨਾ, ਜਿਹੜਾ ਬਜ਼ੁਰਗ ਉਹਨਾਂ ਲਈ ਹੋਰ ਜਗ੍ਹਾ ਵੀ ਬਣਾਈ ਹੈ, ਸਭ ਤੋਂ ਕਈ ਸਿਸਟਮ ਬਣਾਏ ਵੀ ਉਹਦੀ ਵੋਟ ਦੇ ਇਸਤੇਮਾਲ ਜ਼ਰੂਰ ਹੋਵੇ ਜੀ। ਤੇ ਸਾਰਾ ਮੀਡੀਆ ਉਹਦੇ ਮਗਰ ਭੱਜਿਆ ਫਿਰਦਾ ਵੀ ਇਹ ਪਿੰਡ ਦੇ 5ਵੀਂ ਪੀੜ੍ਹੀ ਦੇ ਚ ਵੀ ਜਾ ਕੇ ਵੋਟ ਪਾਉਣ ਆਇਆ। ਤੇ ਰਹਿ ਗਈ ਗੱਲ ਏਜ ਦੀ, ਸਾਡੇ ਤੇ ਆਪ 80 ਤੋਂ 90 ਦੇ 90 ਦੇ ਦਹਾਕੇ ਦੇ 80 ਦੇ ਦਹਾਕੇ ਦੇ ਅਖੀਰ ਤੱਕ ਪਹੁੰਚਣ ਦੇ, ਜਿਨ੍ਹਾਂ ਨੇ ਇਲੈਕਸ਼ਨ ਲੜਦੀ ਆ। ਪ੍ਰਾਇਮਰੀ ਇਲੈਕਸ਼ਨ 'ਚ ਬਾਈਡਨ ਤੇ ਟਰੰਪ ਸਾਹਿਬ ਦੋਨੋਂ ਅੱਗੇ ਆ ਜੀ। ਤੇ ਜੇ ਅਗਲੀ ਵਾਰ ਇਹਨਾਂ ਦੋਵਾਂ ਚੋਂ ਇੱਕ ਆ ਗਿਆ ਤੇ ਫਿਰ ਇਹਨਾਂ ਕੀ ਕਹਾਂਗੇ ਆਪਾਂ ਜੀ, ਜਿਹੜਾ ਸਾਰੀ ਦੁਨੀਆ ਦੀ ਸੁਪਰ ਪਾਵਰ ਦੇਸ਼ ਆ। ਨਹੀਂ ਚਲੋ, ਇਸ ਵੇਲੇ ਤੇ ਮਸਲਾ ਉੱਥੇ ਬਣਿਆ ਵਾ, ਜੋ ਬਾਈਡਨ 80 ਸਾਲ ਦੀ ਉਮਰ ਆ, ਡੋਨਲਡ ਟਰੰਪ 77 ਸਾਲ ਦੇ ਆ, ਪਰ ਇੱਥੇ ਬਿਲ ਕਲਿੰਟਨ ਵਰਗੇ ਵੀ ਤੇ ਰਾਸ਼ਟਰਪਤੀ 46 ਸਾਲ ਦੀ ਉਮਰ 'ਚ ਬਣੇ, ਬਰਾਕ ਓਬਾਮਾ 47 'ਚ ਬਣੇ। ਉਸ ਤੋਂ ਪਹਿਲਾਂ 1933 'ਚ ਰੂਜ਼ਵੈਲਟ, ਜਿਹੜੇ ਸਭ ਤੋਂ ਲੰਬੇ 4 ਵਾਰੀ ਸ਼ਾਇਦ ਰਾਸ਼ਟਰਪਤੀ ਬਣੇ, ਉਦੋਂ 2 ਟਰਮ ਦੀ ਲਿਮਿਟ ਨਹੀਂ ਸੀ ਹੁੰਦੀ, ਉਹ ਸ਼ਾਇਦ 42 ਸਾਲ ਦੀ ਉਮਰ 'ਚ ਰਾਸ਼ਟਰਪਤੀ ਬਣੇ ਸਨ। ਵਿਸ਼ਾ ਤੁਹਾਡਾ ਠੀਕ ਹੈ ਜੀ। ਜਿਹੜੇ ਮੇਰਾ ਤੇ ਇਹ ਆ ਵੀ ਜੇ ਵੋਟ ਪਾਉਣ ਦੇ ਇਰਾਦੇ ਨਾਲ ਆਏ ਉਹ ਮੈਂਬਰ ਹੈਗੇ ਸੀ ਤੇ ਫਿਰ ਤੇ ਸਲੂਟ ਆ। ਤੇ ਮੈਂਬਰ ਕਿਉਂ ਬਣਾਇਆ ਜਾਂਦਾ ਇਹਨਾਂ ਨੂੰ? ਇਹਨਾਂ ਦੇ ਨਾਲ ਲੋਕ ਜੁੜੇ ਹੁੰਦੇ ਆ, ਇਹਨਾਂ ਦਾ ਮੁੱਲ ਵੱਟਦੇ ਆ। ਤੁਸੀਂ ਵੇਖੋ ਸਰਦਾਰ ਮਨਮੋਹਨ ਸਿੰਘ ਜਿਹੜੇ ਕੋਈ ਉਹਨਾਂ ਨੂੰ ਤੇ ਕਦੀ ਕਿਸੇ ਵੋਟ ਹੀ ਨਹੀਂ ਪਾਈ, ਸਿੱਧੇ ਤੌਰ ਤੇ ਜਿਤਾਇਆ ਹੀ। ਬਿਲਕੁਲ, ਉਹਦੇ ਹਮੇਸ਼ਾ ਰਾਜ ਸਭਾ ਦੇ ਮੈਂਬਰ ਹੀ ਰਹੇ ਜੀ। ਤੇ ਸਾਰੀ ਦੁਨੀਆ ਜੋ ਆਂਦੇ ਇਮਾਨਦਾਰ ਹੈ, ਤੇ ਇਮਾਨਦਾਰੀ ਤੇ ਫਿਰ ਅੱਜ ਕੱਲ੍ਹ ਵੋਟਾਂ ਦੇ ਹਿਸਾਬ ਨਾਲ ਹੁਣ ਸਾਰੇ ਪੰਜਾਬ ਤੋਂ ਕੇਜਰੀਵਾਲ ਸਾਰੇ ਹਿੰਦੁਸਤਾਨ 'ਚ ਪੰਜਾਬ ਨੂੰ ਲੈ ਕੇ ਤੁਰੇ ਫਿਰਦੇ ਆ ਵੀ ਵੇਖੋ ਜੀ ਸਾਡੀ ਇਮਾਨਦਾਰੀ ਦਾ ਮੁੱਲ ਜੀ। ਤੇ ਗੱਲ ਤੇ ਵੋਟਾਂ ਦਾ ਬਣਾ ਹੀ। ਤੇ ਵਾਹਿਗੁਰੂ ਕਿਰਪਾ ਕਰੇ, ਵੈਸੇ ਕੋਈ ਕਾਇਦਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਰਿਟਾਇਰਮੈਂਟ ਤੋਂ ਪਹਿਲਾਂ ਸਰਕਾਰੀ ਤੋਂ ਇਹ ਵੀ ਰਿਟਾਇਰ ਹੋਣੇ ਜਾਣੇ ਚਾਹੀਦੇ। ਧੰਨਵਾਦ ਜੀ। ਥੈਂਕ ਯੂ ਪ੍ਰਗਟਪਾਲ ਜੀ। ਬੀਜੇਪੀ ਨੇ ਹੁਣ ਲਿਮਿਟ ਕੀਤੀ ਹੈ 75 ਸਾਲ ਦੀ ਉਮਰ। ਦੇਖਦੇ ਹਾਂ ਕਿ ਹੁਣ ਸਾਡੇ ਹੁਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਟਰਮਸ ਉਹਨਾਂ ਦੀਆਂ ਹੋ ਗਈਆਂ, ਕੀ ਉਹ ਹੁਣ ਇਲੈਕਸ਼ਨ ਲੜਨਗੇ? ਜੇ ਲੜਨਗੇ, ਹੁਣ ਤੇ ਉਹਨਾਂ ਦੀ ਉਮਰ 73-74 ਸਾਲ ਹੈ, ਲੇਕਿਨ ਜੇ ਜਿੱਤਦੇ ਆ ਪ੍ਰਧਾਨ ਮੰਤਰੀ ਦੁਬਾਰਾ ਬਣਦੇ ਆ ਤੇ ਉਹਨਾਂ ਦੀ ਉਮਰ ਓਬਵੀਅਸਲੀ 75 ਸਾਲ ਤੋਂ ਉੱਤੇ ਫਿਰ ਉਸ ਵੇਲੇ ਹੋ ਜਾਵੇਗੀ। ਕੈਨੇਡਾ ਦੇ ਵਿੱਚ ਸੈਨੇਟਰਸ ਦੀ ਨੋਮੀਨੇਸ਼ਨ ਦੀ ਉਮਰ 75 ਸਾਲ ਆ, ਔਰ ਕਈ ਮੁਲਕਾਂ ਦੇ ਵਿੱਚ ਬਹੁਤ ਯੰਗ ਏਜ ਦੇ ਵਿੱਚ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣੇ ਆ, ਜਿਵੇਂ ਰਿਸ਼ੀ ਸੁਨਕ ਇੰਡੀਅਨ ਓਰੀਜਨ ਤੋਂ ਨੇ, ਯੂਕੇ ਦੇ ਪ੍ਰਧਾਨ ਮੰਤਰੀ 43 ਸਾਲ। ਜਸਟਿਨ ਟਰੂਡੋ ਜਦੋਂ 2015 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ, ਉਦੋਂ ਸਿਰਫ 43 ਸਾਲ ਦੀ ਉਮਰ ਸੀ। ਔਰ ਜਗਮੀਤ ਸਿੰਘ ਪ੍ਰਧਾਨ ਮੰਤਰੀ ਤਾਂ ਨਹੀਂ, ਲੇਕਿਨ NDP ਦੇ ਲੀਡਰ 38 ਸਾਲ ਦੀ ਉਮਰ 'ਚ ਹੀ ਬਣੇ ਸਨ। ਔਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਿਹੜੀ ਪਿੱਛੇ ਜੇ ਰਿਜ਼ਾਈਨ ਕਰਕੇ ਗਈ ਆ, ਜੈਸਿੰਡਾ ਆਰਡਨ, ਉਹ 37 ਸਾਲ ਦੀ ਉਮਰ ਦੇ ਵਿੱਚ ਉੱਥੋਂ ਦੀ ਪ੍ਰਧਾਨ ਮੰਤਰੀ ਬਣੀ। ਸੋ ਬਹੁਤ ਸਾਰੇ ਐਗਜ਼ਾਮਪਲ ਨੇ ਦੁਨੀਆ ਦੇ ਜਿੱਥੇ ਬਹੁਤ ਛੋਟੀ ਉਮਰ ਦੇ ਵਿੱਚ
ਲੋਕੀ ਮੁਲਕ ਨੂੰ ਹੈਡ ਕਰਦੇ ਰਹੇ। ਵਿਲ ਟੇਕ ਦੀ ਨੈਕਸਟ ਕਾਲ, ਦੇਖਦੇ ਹਾਂ ਅਗਲੇ ਕਾਲਰ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ। ਹੈਲੋ ਭਾਈ ਸਾਹਿਬ ਔਨ 에ਅਰ ਜੇ। ਹੈਲੋ ਭਾਈ ਸਾਹਿਬ ਤੁਸੀਂ ਕਨੈਕਟਡ ਜੇ ਤੇ ਟੀਵੀ ਦਾ ਵੋਲਿਊਮ ਹੌਲੀ ਕਰ ਦਿਓ, ਟੀਵੀ ਵੱਲ ਨਾ ਵੇਖੋ, ਫੋਨ ਤੇ ਆ ਜਾਓ। ਟੀਵੀ ਔਰ ਫੋਨ ਦੇ ਵਿੱਚ ਥੋੜਾ ਜਿਹਾ 10-20 ਸੈਕਿੰਡ ਦਾ ਗੈਪ ਹੁੰਦਾ ਵਾ, ਸੋ ਕਾਈਂਡਲੀ ਫੋਨ ਤੇ ਆ ਕੇ ਆਪਣੀ ਗੱਲ ਸਾਂਝੀ ਕਰੋ। ਹੈਲੋ ਅਗਲੇ ਸਾਡੇ ਕਾਲਰ ਜਿਹੜੇ ਨੇ ਕਨੈਕਟ ਹੋਏ ਨੇ ਲੇਕਿਨ ਸ਼ਾਇਦ ਉਹਨਾਂ ਨੂੰ। ਹਾਂ ਹਾਂਜੀ ਭਾਈ ਸਾਹਿਬ ਔਨ 에ਅਰ ਜੇ ਤੁਸੀਂ। ਤੈਨੂੰ ਸਾਨੂੰ ਹੀ ਕਰਦੇ ਹੈਲੋ ਵਿਆਹ ਤੋਂ ਬੈਠੀ ਉਹਨੂੰ ਹੈਲੋ ਹੈਲੋ ਸ਼ਾਇਦ ਭਾਈ ਸਾਹਿਬ ਨੂੰ ਸਮਝ ਨਹੀਂ ਆਈ, ਮੈਂ ਹੁਣ ਅਗਲੀ ਕਾਲ ਲੈ ਰਿਹਾ। ਹੈਲੋ ਹੈਲੋ ਹਾਂਜੀ ਭਾਈ ਸਾਹਿਬ ਔਨ 에ਅਰ ਜੇ ਤੁਸੀਂ। ਹਾਂਜੀ ਸਰ ਜੀ, ਮੈਂ ਡੈਲਰ ਤੋਂ ਬੋਲ ਰਿਹਾ, ਰੋਸ਼ਨ ਉਬਰਾਏ। ਹਾਂਜੀ ਓਬਰਾ ਸਾਹਿਬ ਸਵਾਗਤ ਹੈ ਸ਼ੋਅ 'ਚ। ਹਾਂਜੀ ਸਰ ਜੀ, ਕਹਿੰਦੇ ਤੁਸੀਂ ਤੁਹਾਡੇ ਕੋਲ ਪੈਨ ਹੈ? ਬਿਲਕੁਲ ਹੈ ਜੀ। ਪੈਨ ਹੈ, ਦੇਖ ਲਓ ਮੋਦੀ 120 ਸਾਲ ਤੱਕ ਸਿਸਟਮ ਕੋਡ ਦੇਗਾ ਤਾਂ ਮਰੇਗਾ। ਇਦਾਂ ਦੀ ਗੱਲ ਆਪਾਂ ਕਿਉਂ ਕਹਿਣੀ ਕਿਸੇ ਬਾਰੇ, ਕਿਉਂ ਕਿਸੇ ਨੂੰ ਆਪਾਂ ਕੋਡ ਪਾਈਏ ਜੀ? ਆਪਾਂ ਆਪਣੀ ਗੱਲ ਜ਼ਰੂਰ ਕਰੀਏ ਲੇਕਿਨ ਆਪਾਂ ਕਿਸੇ ਬਾਰੇ ਮਾੜੀ ਸ਼ਬਦਾਵਲੀ ਕਿਉਂ ਵਰਤਣੀ ਹੈ ਭਾਈ ਸਾਹਿਬ ਓਬਰਾ ਸਾਹਿਬ? ਨਹੀਂ ਗੰਦੇ ਬੰਦੇ ਨੂੰ ਕੀ ਕਹੀਏ? ਨਹੀਂ ਆਪਾਂ ਇਸ ਤਰ੍ਹਾਂ ਨਾ ਕਹੀਏ। ਦੇਖੋ ਇਹ ਤੇ ਵੋਟਰ ਜਿਹੜੇ ਨੇ ਉਹਨਾਂ ਨੂੰ ਇਲੈਕਟ ਕਰਦੇ ਆ, ਦੁਬਾਰਾ ਪ੍ਰਧਾਨ ਮੰਤਰੀ ਬਣਾਉਂਦੇ ਆ, ਆਪਾਂ ਨੂੰ ਨਹੀਂ ਚੰਗੇ ਲੱਗਦੇ, ਆਪਾਂ ਉਹਨਾਂ ਨੂੰ ਵੋਟ ਨਾ ਪਾਈਏ, ਕਹੀਏ ਜੀ ਸਹੀ ਉਹਨਾਂ ਦੀ ਪਾਲਿਸੀ ਨਾਲ ਸਹਿਮਤ ਨਹੀਂ, ਪਰ ਕਿਸੇ ਬਾਰੇ ਮਾੜੀ ਸ਼ਬਦਾਵਲੀ ਕਿਉਂ ਵਰਤਣੀ? ਥੈਂਕ ਯੂ ਵੈਰੀ ਮਚ ਭਾਈ ਸਾਹਿਬ, ਥੈਂਕ ਯੂ। ਆਮ ਸੌਰੀ ਆਪਾਂ ਟੀਵੀ ਸ਼ੋਅ ਦੇ ਵਿੱਚ ਇਹੋ ਜੀ ਮਾੜੀ ਸ਼ਬਦਾਵਲੀ ਕਿਸੇ ਵਾਸਤੇ ਵੀ ਵਰਤਣੀ ਸਹੀ ਨਹੀਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਾਡੇ ਅਗਲੇ ਕਾਲਰ ਵੀ ਕਨੈਕਟ ਨਹੀਂ ਹੋ ਸਕੇ। ਮੀਨਵਾਈਲ ਜੈ ਪ੍ਰਕਾਸ਼ ਗੋਰਾ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਸਵਾਗਤ ਹੈ ਉਹਨਾਂ ਦਾ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਅਸਤੀਫਾ ਕਿਉਂ ਦਿੱਤਾ? ਮਿਸਕੀ ਗੁਪਤਾ ਜੀ ਮੈਨੂੰ ਨਿੱਜੀ ਕੋਈ ਜਾਣਕਾਰੀ ਤਾਂ ਨਹੀਂ, ਪਰ ਮੇਰਾ ਖਿਆਲ ਆ ਕਿ ਉਹਨਾਂ ਦੀਆਂ ਆਲਮੋਸਟ 2 ਟਰਮਸ ਹੋ ਗਈਆਂ ਸੀ ਬਤੌਰ ਪ੍ਰਧਾਨ ਮੰਤਰੀ, ਔਰ ਛੋਟੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ। ਉਸ ਵੇਲੇ ਉਹਨਾਂ ਦਾ ਵਿਆਹ ਵੀ ਨਹੀਂ ਸੀ ਹੋਇਆ, ਬਾਅਦ ਦੇ ਸ਼ਾਦੀ ਵੀ ਬਾਅਦ ਦੇ ਵਿੱਚ ਕੀਤੀ ਉਹਨਾਂ ਨੇ। ਕਿਸੇ ਵੀ ਇਹੋ ਜਿਹੇ ਸਰਕਾਰੀ ਅਹੁਦੇ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਪਰਿਵਾਰਾਂ ਦੇ ਉੱਤੇ, ਔਰ ਤੁਹਾਨੂੰ ਪਤਾ ਹੀ ਆ ਕਿ ਬਹੁਤੇ ਮੁਲਕਾਂ ਦੇ ਵਿੱਚ ਉੱਥੇ ਕੋਈ ਭ੍ਰਿਸ਼ਟਾਚਾਰ ਤਾਂ ਹੁੰਦਾ ਨਹੀਂਗਾ। ਸੋ ਉਹ ਪ੍ਰੈਸ਼ਰ ਕਰਕੇ ਬਹੁਤ ਸਾਰੇ ਲੋਕ ਜਦੋਂ 1 ਜਾਂ 2 ਜਾਂ 3 ਟਰਮਸ ਉਹਨਾਂ ਨੂੰ ਹੋ ਜਾਂਦੀਆਂ ਵਾ ਤਾਂ ਉਹ ਆਪੇ ਹੀ ਪਾਸੇ ਹਟ ਜਾਂਦੇ ਆ। ਸੋ ਇਸ ਕਰਕੇ ਸ਼ਾਇਦ ਉਹਨਾਂ ਨੇ ਇਸ ਵਜ੍ਹਾ ਕਰਕੇ ਉੱਥੇ ਉਹਨਾਂ ਨੇ ਅਸਤੀਫਾ ਦਿੱਤਾ ਸੀ। ਜਸਵਿੰਦਰ ਸਿੰਘ ਕਹਿ ਰਹੇ ਨੇ ਕਿ 2-4 ਨੂੰ ਛੱਡ ਕੇ ਕੋਈ ਐਸਾ ਲੀਡਰ ਨਹੀਂ ਜਿਸ ਨੇ ਆਮਦਨ ਤੋਂ ਵੱਧ ਕੇ ਜਾਇਦਾਦ ਨਾ ਬਣਾਈ ਹੋਵੇ। ਉਮਰ ਦੇ ਨਾਲ ਐਸੇ ਲੀਡਰਾਂ ਦੇ ਉਮਰ ਭਰ ਦੀ ਪਾਬੰਦੀ ਲੱਗਣੀ ਚਾਹੀਦੀ ਹੈ। ਸੋ ਜਸਵਿੰਦਰ ਸਿੰਘ ਨੇ ਕਿਹਾ ਵੀ ਹੋਰ ਵੀ ਕਈ ਪਾਬੰਦੀਆਂ ਲਾਉਣ ਦੀ ਲੋੜ ਆ। ਹਰਦੀਪ ਸਿੰਘ ਸੋਢੀ ਦਾ ਵੀ ਤਾਜ਼ਾ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਹਾਂਜੀ ਭਾਈ ਸਾਹਿਬ। ਹਾਂਜੀ ਭਾਈ ਸਾਹਿਬ ਔਨ 에ਅਰ ਜੇ ਤੁਸੀਂ। ਹੈਲੋ ਹਾਂਜੀ ਆਪਣੀ ਗੱਲ ਸਾਂਝੀ ਕਰੋ ਜੀ, ਔਨ 에ਅਰ ਜੇ ਤੁਸੀਂ। ਅੱਛਾ ਜੀ, ਤੁਸੀਂ ਬੋਲੀ ਜਾਂਦੇ? ਹਾਂਜੀ ਨਹੀਂ ਤੁਸੀਂ ਉਹ ਟੀਵੀ ਵੱਲ ਨਾ ਵੇਖੋ, ਤੁਸੀਂ ਫੋਨ ਤੇ ਆ ਜਾਓ। ਨਹੀਂ ਮੈਂ ਤਾਂ ਫੋਨ ਤੇ ਹੀ ਹਾਂ। ਹਾਂ ਦੱਸੋ। ਟੀਵੀ ਤੇ ਲਾ ਕੇ ਰੱਖ ਕੇ ਪਾਸੇ ਤੇ ਰੱਖ ਕੇ। ਹਾਂਜੀ ਦੱਸੋ। ਅਮਰ ਸੰਧੂ ਸਾਹਿਬ, ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਮੈਂ ਅਜੀਤ ਸਿੰਘ ਸਰਾਂ ਬੋਲਦਾ। ਹਾਂਜੀ ਸਰਾਂ ਸਾਹਿਬ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਤੁਹਾਡਾ ਟਾਪਿਕ ਬਹੁਤ ਸੋਹਣਾ ਅੱਛਾ ਟਾਪਿਕ ਹੈ। ਇਹ ਜਿਹੜੀ ਰਿਟਾਇਰਮੈਂਟ ਏਜ ਆ ਸਾਰਿਆਂ ਡਿਪਾਰਟਮੈਂਟਾਂ ਦੇ ਵਿੱਚ ਉਹ ਹੈਗੀ ਆ, ਕਿਉਂ? ਪਰ ਇਹਨਾਂ ਲੋਕਾਂ ਦੇ ਜਿਹੜੇ ਚੁਣਾਵ ਲੜਦੇ ਆ ਇਹਨਾਂ ਦੇ ਕੋਈ ਏਜ ਨਹੀਂ ਹੈ। ਇਹਨਾਂ ਦੀ ਕੋਈ ਏਜ ਦਾ ਕੋਈ ਲਿਮਿਟ ਨਹੀਂ ਹੈਗੀ ਹੈ। ਇੱਕ ਤਾਂ ਇਹਨਾਂ ਦੇ ਸਿਰ ਵੀ ਹਿਲਦੇ ਹੁੰਦੇ ਕਈ ਤਾਂ ਜਿਹੜੇ ਬੋਲਦੇ ਆ ਉੱਥੇ, ਉਹਨਾਂ ਨੂੰ ਕੀ ਕਹੀ ਜਾਂਗੇ, ਉਹ ਵੀ ਲੜਦੇ ਆ, ਉਹ ਲੜੀ ਜਾਂਦੇ ਰਹਿੰਦੇ ਆ। ਔਰ ਦੂਸਰੀ ਗੱਲ ਇਹ ਆ ਕਿ ਲੋਕ ਸਭਾ ਦੇ ਵਿੱਚ ਜਦ ਹੋਰ ਸਭਾ ਦੇ ਵਿੱਚ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਹੈਗੇ ਆ ਉਹਨਾਂ ਨੂੰ ਲੜਨ ਨਹੀਂ ਦੇਣਾ ਚਾਹੀਦਾ। ਉਹਨਾਂ ਤੇ ਰੋਕ ਹੋਣੀ ਚਾਹੀਦਾ ਕਿ ਉਹ ਬਿਲਕੁਲ ਨਾ ਲੜ ਸਕਣ। ਹਾਂਜੀ, ਉਹ ਜਿਹੜਾ ਹੈਗਾ ਉਹ ਲੋਕਾਂ ਨੂੰ ਬਹੁਤ ਖਰਾਬ ਕਰਦੇ ਆ। ਉਹਨਾਂ ਔਰ ਉਹਦਾ ਉਹ ਆਪਦੇ ਆਪ ਦਾ ਉਹ ਚੀਜ਼ ਦਾ ਫਾਇਦਾ ਉਠਾਉਂਦੇ ਆ। ਮਿਹਰਬਾਨੀ ਜੀ। ਇਸ ਕਰਕੇ ਬੇਨਤੀ ਹੈ ਕਿ ਇਹ ਦੋਨੋਂ ਚੀਜ਼ਾਂ ਕਰੋ, ਇਹਨਾਂ ਦੀ ਲਿਮਟ ਕਰੋ, ਔਰ ਜਿਹੜੇ ਕ੍ਰਿਮੀਨਲ ਆ ਉਹ ਬਿਲਕੁਲ ਲੜ ਨਾ ਸਕਣ। ਮਿਹਰਬਾਨੀ, ਥੈਂਕ ਯੂ ਸਰਾ ਸਾਹਿਬ। ਸਰਾ ਸਾਹਿਬ ਦਾ ਵਿਚਾਰ ਹੈ ਕਿ ਏਜ ਲਿਮਿਟ ਵੀ ਹੋਣੀ ਚਾਹੀਦੀ ਹੈ, ਔਰ ਜਿਹੜੇ ਕ੍ਰਿਮੀਨਲਸ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਨੇ ਪੈਂਡਿੰਗ ਨੇ ਜਾਂ ਕਨਵਿਕਟ ਹੋ ਚੁੱਕੇ ਨੇ
ਉਹਨਾਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ, ਉਹ ਇਲੈਕਸ਼ਨ ਨਾ ਲੜ ਸਕਣ ਔਰ ਉਹਨਾਂ ਨੂੰ ਸੱਤਾ 'ਚ ਰਹਿਣ ਨਹੀਂ ਦੇਣਾ ਚਾਹੀਦਾ। ਬਹੁਤ ਦਿਲਚਸਪ ਮਸਲਾ ਵਾ ਜਿਹਦੇ ਤੇ ਬਹੁਤ ਅੱਛੇ ਵਿਚਾਰ ਆਏ ਨੇ। ਮੇਰਾ ਆਪਣਾ ਵਿਚਾਰ ਆ ਕਿ ਇੱਕ ਡੈਫੀਨਿਟਲੀ ਇੱਕ ਏਜ ਲਿਮਿਟ ਹੋਣੀ ਚਾਹੀਦੀ ਆ। ਮੇਰੇ ਖਿਆਲ 75 ਸਾਲ ਦੀ ਏਜ ਲਿਮਿਟ ਜਿਹੜੀ ਆ ਉਹ ਬਿਲਕੁਲ ਵਾਜਬ ਆ, ਔਰ ਜਾਂ ਤੇ ਇਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਕਿ 75 ਸਾਲ ਤੋਂ ਬਾਅਦ ਕੋਈ ਲੋਕ ਸਭਾ ਦੀ ਚੋਣ ਨਹੀਂ ਲੜੂਗਾ, ਰਾਜ ਸਭਾ ਵਾਸਤੇ ਨੋਮੀਨੇਟ ਨਹੀਂ ਹੋਊਗਾ। ਇਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ 75 ਸਾਲ ਤੋਂ ਵੱਧ ਕੋਈ ਉਮਰ ਵਾਲਾ ਜਿਹੜਾ ਉਹ ਚੋਣ ਨਹੀਂ ਲੜੂਗਾ। ਔਰ ਇਹਦੇ ਨਾਲ ਪਾਰਟੀਆਂ ਨੂੰ ਵੀ ਨੈਤਿਕਤਾ ਦੇ ਤੌਰ ਤੇ ਰੈਜ਼ੋਲੂਸ਼ਨਸ ਪਾਸ ਕਰਨੀ ਚਾਹੀਦੀਆਂ ਵੀ ਇਸ ਏਜ ਲਿਮਿਟ ਤੋਂ ਬਾਅਦ ਕੋਈ ਜਿਹੜਾ ਮੈਂਬਰ ਆ ਉਹ ਚੋਣ ਨਹੀਂ ਲੜੂਗਾ। ਉਹਨਾਂ ਨੂੰ ਤੁਸੀਂ ਆਪਣੀ ਐਡਵਾਈਜ਼ਰੀ ਕਮੇਟੀ 'ਚ ਲੈ ਲਓ, ਲੇਕਿਨ ਚੋਣ ਨਹੀਂ ਲੜਨ ਦੇਣਾ ਚਾਹੀਦਾ। ਔਰ ਇਹਦੇ ਨਾਲ ਟਰਮ ਦੀ ਲਿਮਿਟ ਵੀ ਹੋਣੀ ਚਾਹੀਦੀ ਹੈ, ਜਿਵੇਂ ਅਮਰੀਕਨ ਰਾਸ਼ਟਰਪਤੀ ਦੀ 2 ਟਰਮਸ ਦੀ ਲਿਮਿਟ ਹੈ, 2 ਥਾਂ ਤੇ 3 ਕਰ ਦਿਓ, ਲੇਕਿਨ ਏਜ ਲਿਮਿਟ ਜਿਹੜੀ ਆ ਉਹਦੇ ਨਾਲ ਟਰਮ ਦੀ ਲਿਮਿਟ ਜਿਹੜੀ ਆ ਉਹ ਵੀ ਬਹੁਤ ਲਾਜ਼ਮੀ ਆ, ਉਹ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ। ਨਮਸਕਾਰ ਜੀ, ਮੇਰਾ ਨਾਮ ਸੁਤੰਤਰ ਹੈ। ਨਮਸਕਾਰ ਜੀ, ਨਮਸਕਾਰ ਭਾਈ ਸਾਹਿਬ। ਦੁਬਾਰਾ ਨਾਮ ਦੱਸਿਓ ਆਪਣਾ। ਮੇਰਾ ਨਾਮ ਸੁਤੰਤਰ ਹੈ। ਹਾਂਜੀ ਸੁਤੰਤਰ ਜੀ, ਜੀ ਸੁਤੰਤਰ ਕੁਮਾਰ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ ਜਿੰਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਏਜ ਲਿਮਿਟ ਹੋਣੀ ਚਾਹੀਦੀ ਹੈ 75 ਇਅਰਸ ਜੀ। ਬਟ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਰਕਾਰੀ ਜੌਬਸ ਤੇ ਆਪਾਂ ਕਰਦੇ ਹਾਂ ਤੇ ਉਹਦੀ ਲਿਮਿਟ ਹੁੰਦੀ ਹੈ 60 ਇਅਰਸ ਜੀ। ਜਾਂ ਜਿਹੜਾ ਬੰਦਾ ਲੀਡਰ ਬਣ ਜਾਂਦਾ ਹੈ ਉਹ ਜ਼ਿਆਦਾ ਸਿਆਣਾ ਹੁੰਦਾ ਤਾਂ ਕਿ ਉਹ 75 ਇਅਰਸ ਤੱਕ ਕੰਮ ਕਰ ਸਕੇ। ਨਹੀਂ, ਇਸ ਤਰ੍ਹਾਂ ਜੀ ਸੁਤੰਤਰ ਜੀ, ਕਾਫੀ ਕੁਝ ਪ੍ਰੋਫੈਸ਼ਨ ਇਹੋ ਜਿਹੇ ਨੇ ਜਿੱਥੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਰਿਟਾਇਰਮੈਂਟ ਏਜ ਹੈ ਨਹੀਂ। ਜਿਵੇਂ ਪ੍ਰੋਫੈਸਰ ਜਿਹੜੇ ਨੇ ਉਹ 65 ਸਾਲ 70 ਸਾਲ ਤੋਂ ਵੱਧ ਉਮਰ ਤੱਕ ਵੀ ਪੜ੍ਹਾ ਸਕਦੇ ਨੇ। ਸਿਮਿਲਰਲੀ ਜੱਜਸ ਕਈ ਮੁਲਕਾਂ ਦੇ ਵਿੱਚ ਉਹ ਰਿਟਾਇਰ ਹੀ ਨਹੀਂ ਹੁੰਦੇ, ਜਿਵੇਂ ਅਮਰੀਕਾ ਦੇ ਵਿੱਚ ਜੱਜਸ ਰਿਟਾਇਰ ਹੀ ਨਹੀਂ ਹੁੰਦੇ। ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੀ ਇੱਕ ਏਜ ਲਿਮਿਟ 75 ਨਹੀਂ ਹੋ ਸਕਦਾ, ਕੁਝ ਲੋਕੀ ਤੇ 85 ਕਹਿ ਰਹੇ ਨੇ। ਇਸ ਕਰਕੇ ਮੇਰਾ ਖਿਆਲ ਹੈ ਕਿ 75 ਇੱਕ ਰੀਜ਼ਨੇਬਲ ਏਜ ਆ। ਜੀ ਸੁਤੰਤਰ ਜੀ। ਮੇਰਾ ਇੱਕ ਕੁਐਸਚਨ ਹੋਰ ਹੈ ਜੀ। ਜੀ। ਕਿਆ ਆਪਾਂ ਜਿਹੜੀ ਇਹ ਡਿਸਕਸ਼ਨ ਕਰ ਰਹੇ ਹਾਂ ਇਹਦਾ ਕੋਈ ਹੱਲ ਹੋਏਗਾ ਜਾਂ ਸਰਕਾਰ ਤੇ ਅਸਰ ਆਏਗਾ? ਦੇਖੋ ਜੀ, ਸਾਡਾ ਮੀਡੀਆ ਦਾ ਇੱਕ ਰੋਲ ਹੁੰਦਾ ਵਾ ਲੋਕਾਂ ਨੂੰ ਨਿਊਜ਼ ਪਹੁੰਚਾਉਣਾ, ਔਰ ਜਿਹੜੀ ਨਿਊਜ਼ ਹੈ ਉਹਦੇ ਉੱਪਰ ਵਿਚਾਰ ਚਰਚਾ ਕਰਨਾ। ਓਬਵੀਅਸਲੀ ਇਹਨਾਂ ਚੀਜ਼ਾਂ ਦਾ ਸਰਕਾਰ ਤੇ ਅਸਰ ਵੀ ਪੈਂਦਾ ਵਾ, ਇਹਨਾਂ ਚੀਜ਼ਾਂ ਦਾ ਸੁਸਾਇਟੀ ਤੇ ਅਸਰ ਵੀ ਪੈਂਦਾ ਵਾ। ਸੁਸਾਇਟੀ ਜਾਗਰੂਕਤਾ ਆਉਂਦੀ ਹੈ। ਸੋ ਸਾਡਾ ਇੱਕ ਲਿਮਿਟਡ ਏਮ ਆ, ਉਹਨੂੰ ਅਸੀਂ ਲਾਗੂ ਕਰਾਉਣਾ ਸਾਡਾ ਏਮ ਨਹੀਂ। ਸੋ ਅਸੀਂ ਉਸ ਜਿਹੜਾ ਲਿਮਿਟਡ ਸਾਡਾ ਮਕਸਦ ਆ ਉਹਦੇ ਮਕਸਦ ਦੇ ਤਹਿਤ ਅਸੀਂ ਅੱਜ ਦੀ ਵਿਚਾਰ ਚਰਚਾ ਔਰ ਹਮੇਸ਼ਾ ਅਸੀਂ ਵਿਚਾਰ ਚਰਚਾ ਕਰਦੇ ਹਾਂ। ਸੁਤੰਤਰ ਜੀ, ਹੋਰ ਕੁਝ ਕਹਿਣਾ? ਬਹੁਤ ਚੰਗਾ ਉਪਰਾਲਾ ਹੈ। ਥੈਂਕ ਯੂ ਸੁਤੰਤਰ ਜੀ, ਤੁਸੀਂ ਸਾਡੇ ਕੰਮ ਦੀ ਤਾਰੀਫ ਕੀਤੀ, ਬਹੁਤ ਬਹੁਤ ਮਿਹਰਬਾਨੀ। ਸਿੰਘ ਸਰਾਮ, ਲਾਲ ਸਿੰਘ ਬੁਢਲਾਡਾ, ਜਸਵਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ। ਲਾਲ ਸਿੰਘ ਕਹਿ ਰਹੇ ਨੇ ਕਿ ਫੋਨ ਚੱਕ ਲਓ। ਲਾਲ ਸਿੰਘ ਜੀ, ਹੁਣ ਜੇ ਕਾਲ ਕਰੋਗੇ ਤੇ ਮੇਰੇ ਖਿਆਲ, ਕਿਉਂਕਿ ਮੈਂ ਕਾਲ ਦੇ ਉੱਪਰ ਸਾਂ, ਫੋਨ ਬਿਜ਼ੀ ਸੀ, ਜੇ ਹੁਣ ਕਾਲ ਕਰੋ ਤਾਂ ਮੈਂ ਤੁਹਾਡੀ ਕਾਲ ਲੈ ਸਕਦਾ। ਟਾਈਮ ਤੇ ਵੈਸੇ ਹੋ ਗਿਆ, ਪਰ ਮੈਂ ਇੱਕ ਕਾਲ ਹੋਰ ਦਾ ਸਮਾਂ ਕੱਢ ਸਕਦਾ ਵਾਂ ਕਿ ਕਾਲ ਤੁਹਾਡੀ ਅਗਲੇ 1-ਅੱਧੇ ਮਿੰਟ ਦੇ ਵਿੱਚ ਆ ਜਾਏ ਤੇ ਮੈਂ ਜ਼ਰੂਰ ਤੁਹਾਨੂੰ ਔਨ 에ਅਰ ਕਰੂੰਗਾ। ਜਸਵਿੰਦਰ ਸਿੰਘ ਕਹਿ ਰਹੇ ਨੇ ਫੇਸਬੁੱਕ ਦੇ ਉੱਪਰ ਕਿ 1500 ਮੀਟਰ ਦੀ ਰੇਸ ਲਵਾ ਦੇਖੀ ਜਾਣੀ ਚਾਹੀਦੀ ਹੈ ਕਿ ਸਹੀ ਸਮਾਲਤ ਰਹੇ। ਜੇ 1500 ਮੀਟਰ ਦੀ ਰੇਸ ਤੋਂ ਬਾਅਦ ਤਾਂ ਚੋਣ ਲੜ ਲੈਣ ਦੇਣਾ ਚਾਹੀਦਾ ਵਾ, ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਸਵਿੰਦਰ ਸਿੰਘ ਜੀ, ਇਹ ਕੋਈ ਕਸਰਤ ਦਾ ਕੰਪੀਟੀਸ਼ਨ ਨਹੀਂ, ਕੋਈ ਸਪੋਰਟਸ ਦਾ ਕੰਪੀਟੀਸ਼ਨ ਨਹੀਂ, ਇਹ ਸਿਆਸਤ ਦਾ ਕੰਪੀਟੀਸ਼ਨ ਆ। ਦਿਮਾਗ ਵਰਤਣ ਦੀ ਲੋੜ ਆ, ਉੱਥੇ ਨੀਤੀ ਦੀ ਲੋੜ ਆ, ਨੀਤੀ ਲਿਆਉਣ ਦੀ ਲੋੜ ਆ, ਨੀਤੀਆਂ ਨੂੰ ਲਾਗੂ ਕਰਾਉਣ ਦੀ ਲੋੜ ਆ। ਸੋ ਸਿਰਫ ਆਪਾਂ ਇਹ ਕਹੀਏ ਕਿ 1500 ਮੀਟਰ ਦੌੜ ਨੂੰ ਆਪਾਂ ਇੱਕ ਮਾਪਦੰਡ ਮੰਨੀਏ, ਉਹ ਸਹੀ ਨਹੀਂ ਹੋਊਗਾ। ਦਵਿੰਦਰ ਲੋਪੋਂ ਕਹਿ ਰਹੇ ਨੇ ਖੁਦ ਆਪੋ ਆਪਣੀਆਂ ਪਾਰਟੀਆਂ ਨੂੰ ਹੀ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਕਿ ਉਹ ਨਿਯਮ ਲੀਡਰਾਂ ਤੇ ਲਾਗੂ ਹੋ ਸਕਣ। ਸਮੀਪ ਸਿੰਘ ਕਹਿ ਰਹੇ ਨੇ ਬਹੁਤ ਹੈਰਾਨੀ ਹੋਈ ਦੇਖ ਕੇ ਕਿ ਡਾਕਟਰ ਮਨਮੋਹਨ ਸਿੰਘ ਜਿਹੜਾ ਐਸੀ ਹਾਲਤ ਦੇ ਵਿੱਚ ਉਹਨਾਂ ਨੂੰ ਉੱਥੇ ਲਿਆਉਣਾ ਪਿਆ ਔਰ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ। ਸਮੀਪ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ। ਲਾਸਟ ਕਾਲ ਹੈ ਕਿ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਹੈਲੋ, ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਹਾਂਜੀ, ਮੈਂ ਇੱਕ ਸੈਕਰਾਮੈਂਟੋ ਤੋਂ ਬੋਲ ਰਿਹਾ, ਹਰਵੰਤ ਸਿੰਘ। ਹਾਂਜੀ ਹਰਬੰਸ ਸਿੰਘ ਜੀ। ਜਿਹੜੀ ਅੱਜ ਦਾ
ਟੌਪਿਕ ਹੈਗਾ ਕਿ ਏਜ ਕਿੰਨੀ ਹੋਣੀ ਚਾਹੀਦੀ ਹੈ ਜੀ ਮੇਰੇ ਏਜ ਨਾਲੋਂ ਮੈਨੂੰ ਤੇ ਆ ਵੀ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਚੈੱਕ ਕਰਨੀ ਚਾਹੀਦੀ ਆ ਕਿ ਕਿਹੜਾ ਬੰਦਾ ਕ੍ਰਿਮੀਨਲ ਆ, ਕੀ ਇਹਨਾਂ ਨੇ ਕੀਤਾ ਹੋਇਆ। ਏਜ ਨਾਲੋਂ ਉਹ ਜ਼ਰੂਰੀ ਹੈ। ਸ਼ੋਰ, ਥੈਂਕ ਯੂ ਹਰਬੰਸ ਸਿੰਘ ਜੀ। ਏਜ ਲਿਮਿਟ ਨਾਲੋਂ ਕ੍ਰਿਮੀਨਲ ਬੈਕਗ੍ਰਾਉਂਡ ਜੇ ਕਿਸੇ ਦਾ ਨਾ ਹੋਵੇ ਜਾਂ ਕ੍ਰਿਮੀਨੈਲਿਟੀ ਦਾ ਚੈੱਕਅਪ ਜਿਹੜਾ ਵਾ ਉਹ ਜ਼ਰੂਰੀ ਆ। ਕੁਝ ਲੋਕਾਂ ਦਾ ਇਹ ਵੀ ਵਿਚਾਰ ਆ ਕਿ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਵੀ ਫਿਕਸ ਹੋਣੀ ਚਾਹੀਦੀਆਂ ਸਿਆਸੀ ਲੀਡਰਾਂ ਦੀ, ਐਟਲੀਸਟ ਕੋਈ 10ਵੀਂ 12ਵੀਂ, ਕਿਉਂਕਿ ਬਹੁਤ ਸਾਰੇ MLA ਔਰ MP ਜਿਹੜੇ ਨੇ ਕਈ ਵਾਰ 5ਵੀਂ ਜਾਂ 7ਵੀਂ ਪਾਸ ਹੁੰਦੇ ਆ ਜਾਂ ਉਹ ਵੀ ਨਹੀਂ, ਕਈ ਵਾਰ ਨਹੀਂ ਹੁੰਦੇ। ਸੋ ਮੇਰਾ ਖਿਆਲ ਆ ਕਿ ਸਾਡੇ ਸੰਵਿਧਾਨ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਤਬਦੀਲੀ ਦੀ ਲੋੜ ਆ, ਜਿਹਦੇ 'ਚ ਸਿਆਸੀ ਲੀਡਰਾਂ ਦੀ ਰਿਟਾਇਰਮੈਂਟ ਏਜ ਬਾਰੇ ਵੀ ਕੋਈ ਨਾ ਕੁਝ ਕੋਈ ਸਿਸਟਮ ਬਣਾਇਆ ਜਾਵੇ ਔਰ ਇਹਦੇ ਨਾਲ ਨਾਲ ਉਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਔਰ ਹੋਰ ਵੀ ਕੁਝ ਪਾਬੰਦੀਆਂ ਜਿਹੜੀਆਂ ਨੇ ਜਾਂ ਲਿਮਿਟੇਸ਼ਨਸ ਲਾਈਆਂ ਜਾ ਸਕਦੀਆਂ। ਸਮਾਂ ਖਤਮ ਹੋ ਗਿਆ, ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਥੈਂਕ ਯੂ ਵੈਰੀ ਮਚ। ਔਰ ਹੁਣ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।